ਖਬਰਸਾਰ ਪ੍ਰੋਗਰਾਮ ਵਿੱਚ ਅੱਜ ਦੀ ਸਾਡੀ ਗੱਲਬਾਤ ਹੈਗੀ ਇੱਕ ਵੱਖਰੇ ਇਸ਼ੂ ਦੇ ਤੇ ਅੱਜ ਅਸੀਂ ਗੱਲ ਕਰਾਂਗੇ ਇੱਕ ਧਾਰਮਿਕ ਮੁੱਦੇ ਉੱਤੇ ਜਿਸ ਨੂੰ ਲੈ ਕੇ ਸਮੇਂ-ਸਮੇਂ ਤੇ ਕਈ ਕਿਸਮ ਦੇ ਵਿਵਾਦ ਉੱਠਦੇ ਰਹੇ ਨੇ। ਹਾਲਾਂਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਮੁੱਦੇ ਉੱਤੇ ਆਪਣੀ ਜਿਹੜੀ ਰਾਏ ਹੈਗੀ ਤੇ ਆਪਣਾ ਜਿਹੜਾ ਵਿਚਾਰ ਹੈ ਉਹ ਸਪਸ਼ਟ ਕਰਤਾ ਗਿਆ ਹੈ। ਸਾਡੀ ਮੁਰਾਦ ਹੈਗੀ ਹੈ ਦਸ਼ਮ ਗ੍ਰੰਥ ਦੇ ਨਾਲ, ਜਿਸ ਨੂੰ ਲੈ ਕੇ तमाम ਕਿਸਮ ਦੇ ਸਰਕਲਸ ਦੇ ਵਿੱਚ ਵਿਵਾਦ ਸਮੇਂ-ਸਮੇਂ ਤੇ ਉੱਠਦੇ ਰਹੇ ਨੇ। ਕ੍ਰਿਟਿਕਸ ਜਿਹੜੇ ਹੈਗੇ ਨੇ ਦਸ਼ਮ ਗ੍ਰੰਥ ਦੇ, ਉਹ ਕਹਿੰਦੇ ਨੇ ਕਿ ਹਮੇਸ਼ਾ ਅਕਸਰ ਇਸ ਦੀ ਤੁਲਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕੀਤੀ ਜਾਂਦੀ ਹੈ, ਜੋ ਕਿ ਵਾਜਬ ਨਹੀਂ ਹੈ। ਤੇ ਇਸ ਦੇ ਨਾਲ ਹੀ ਇਹਨਾਂ ਲਿਖਤਾਂ ਉੱਤੇ ਕਈ ਕਿਸਮ ਦੇ ਇਤਰਾਜ਼ ਜਤਾਏ ਗਏ ਨੇ। ਉਹ ਲਿਖਤਾਂ ਜੋ ਕਿ ਦਸ਼ਮ ਗ੍ਰੰਥ ਵਿੱਚ ਸ਼ਾਮਲ ਨੇ, ਕਹਿਣਾ ਹੈ ਵੀ ਕਿਸੇ ਕਿਸਮ ਦੀ ਆਬਜੈਕਸ਼ਨੇਬਲ ਰੈਫਰੈਂਸਿਸ ਵਿੱਚ ਨੇ ਜਿਨ੍ਹਾਂ ਨੂੰ ਕਿ ਐਕਸੈਪਟ ਨਹੀਂ ਕੀਤਾ ਜਾ ਸਕਦਾ ਤੇ ਇਸ ਦੇ ਲਿਖਾਰੀ ਜਾਂ ਇਸ ਦੇ ਲੇਖਕ ਦੇ ਉੱਤੇ ਵੀ ਕਈ ਕਿਸਮ ਦੇ ਸਵਾਲ ਖੜੇ ਹੁੰਦੇ ਰਹੇ ਨੇ। ਅੱਜ ਅਸੀਂ ਇਸ ਮੁੱਦੇ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਇੱਕ ਕਾਫੀ ਖਾਸ ਪੈਨਲ ਇਸ ਵਕਤ ਮੌਜੂਦ ਹੈਗਾ। ਸਭ ਤੋਂ ਪਹਿਲਾਂ ਗੁਰਚਰਨਜੀਤ ਸਿੰਘ ਲਾਂਬਾ ਸਾਹਿਬ ਹੈਗੇ ਨੇ, ਜੋ ਕਿ ਐਡੀਟਰ ਸੰਤ ਸਿਪਾਹੀ ਨੇ। ਕਾਫੀ ਵਾਰ ਤੁਸੀਂ ਪੈਨਲ ਡਿਸਕਸ਼ਨ ਵਿੱਚ ਇਹਨਾਂ ਨੂੰ ਦੇਖ ਚੁੱਕੇ ਹੋ। ਰਾਜਨੀਤੀ ਮਾਫ ਕਰਨਾ ਧਾਰਮਿਕ ਮਾਮਲਿਆਂ ਦੇ ਜਾਣਕਾਰ ਨੇ। ਦੂਜਾ ਮੈਂ ਇੰਟਰੋਡਕਸ਼ਨ ਕਰਾਉਣਾ ਚਾਹਾਂਗਾ ਡਾਕਟਰ ਜੋਤ ਸਿੰਘ, ਜੋ ਕਿ ਪ੍ਰੋਫੈਸਰ ਆਫ ਸਿੱਖੀਜ਼ਮ ਹੈਗੇ ਨੇ, ਐਡੀਟਰ ਇਨ ਚੀਫ ਐਨਸਾਈਕਲੋਪੀਡੀਆ ਆਫ ਸਿੱਖੀਜ਼ਮ ਪੰਜਾਬੀ ਯੂਨੀਵਰਸਿਟੀ, ਤੇ ਇਹਨਾਂ ਨੇ ਟ੍ਰਾਂਸਲੇਸ਼ਨ ਕੀਤੀ ਹੈ ਦਸ਼ਮ ਗ੍ਰੰਥ ਦੀ ਅੰਗਰੇਜ਼ੀ ਅਤੇ ਹਿੰਦੀ ਦੇ ਵਿੱਚ। ਕਾਫੀ ਜ਼ਿਆਦਾ ਤਜਰਬਾ ਇਹਨਾਂ ਨੂੰ ਇਸ ਗ੍ਰੰਥ ਬਾਰੇ, ਸ਼ਾਇਦ ਇਹਨਾਂ ਦੀ ਜਿੰਨੀ ਜਾਣਕਾਰੀ ਹੋਰ ਕਿਸੇ ਕੋਲ ਨਾ ਹੋਵੇ। ਤੀਜੇ ਸਾਡੇ ਗੈਸਟ ਅੱਜ ਨੇ ਡਾਕਟਰ ਹਰਪਾਲ ਸਿੰਘ ਪੰਨੂ, ਜੋ ਕਿ ਹੈਡ ਹੈਗੇ ਨੇ ਡਿਪਾਰਟਮੈਂਟ ਆਫ ਰਿਲੀਜੀਅਸ ਸਟੱਡੀਜ਼ ਅਤੇ ਗੁਰੂ ਨਾਨਕ ਸਟੱਡੀਜ਼ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਭ ਦਾ ਅੱਜ ਇਸ ਡਿਸਕਸ਼ਨ ਵਿੱਚ। ਸ਼ੁਰੂਆਤ ਮੈਂ ਪਹਿਲਾਂ ਜੋਤ ਸਿੰਘ ਜੀ, ਜੋ ਕਿ ਵਿੱਚ ਬੈਠੇ ਨੇ, ਉਹਨਾਂ ਤੋਂ ਕਰਨਾ ਚਾਹਾਂਗਾ। ਜੋਤ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਵੀ ਕ੍ਰਿਟਿਕਸ ਜਿਹੜੇ ਹੈਗੇ ਨੇ ਦਸ਼ਮ ਗ੍ਰੰਥ ਦੇ, ਹਾਲਾਂਕਿ ਦਸ਼ਮ ਗ੍ਰੰਥ ਨੂੰ ਜਿਸ ਤਰੀਕੇ ਨਾਲ ਐਕਸੈਪਟੈਂਸ ਮਿਲ ਚੁੱਕੀ ਹੈ ਅਕਾਲ ਤਖਤ ਵੱਲੋਂ, ਇਹਦੇ ਬਾਰੇ ਕੋਈ ਭਰਮ ਭੁਲੇਖਾ ਨਹੀਂ ਹੈ, ਲੇਕਿਨ ਉਹਨਾਂ ਦਾ ਕਹਿਣਾ ਕਿ ਕੁਝ ਵੈਸਟਡ ਇੰਟਰਸਟ ਨੇ ਜੋ ਕਿ ਦਰਜਾ ਬਰਾਬਰ ਦਾ ਦੇਣਾ ਚਾਹੁੰਦੇ ਨੇ ਦਸ਼ਮ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਾ। ਇਹ ਕਿੰਨੀ ਸੱਚਾਈ ਹੈ ਕਿ ਵਾਕਈ ਕੁਝ ਇਹਦੇ ਪਿੱਛੇ ਕਨਸਪੀਰੇਸੀ ਆਰਐਸਐਸ ਦੀ ਹੈਗੀ ਜਿਵੇਂ ਕਿ ਉਹ ਐਟਰੀਬਿਊਟ ਕਰਦੇ ਨੇ? ਨਹੀਂ, ਮੈਨੂੰ ਤੇ ਇਹੋ ਹੀ ਲੱਗਦਾ ਹੈ ਕਿ ਬੇਸਿਕ ਵਿੱਚ ਉਹ ਕਹਿਣਾ ਇਹ ਚਾਹੁੰਦੇ ਨੇ ਵੀ ਦਸ਼ਮ ਗ੍ਰੰਥ ਦੀ ਲੋੜ ਕੀ ਹੈ, ਇਹ ਵਾਈ ਇਟ ਇਜ਼ ਹੀਅਰ ਵਿਦ ਅਸ। ਤਾਂ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਦਸ਼ਮ ਗ੍ਰੰਥ ਦੀ ਲੋੜ ਵਾਕਈ, ਮੈਂ ਵੀ ਜਦੋਂ ਟਰਾਂਸਲੇਟ ਕਰ ਰਿਹਾ ਸਾਂ, ਅਨੁਵਾਦ ਕਰ ਰਿਹਾ ਸਾਂ, ਇਹਦਾ ਬਨਾਰਸ ਸਾਂ ਜਦੋਂ ਮੈਂ, ਤੇ ਮੈਂ ਵੀ ਸੋਚਦਾ ਸਾਂ ਵੀ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਭਾਈ ਗੁਰਦਾਸ ਜੀ ਨੇ ਵੀ ਕੀਤੀ ਹੈ, ਤੇ ਜੇ ਗੁਰੂ ਗ੍ਰੰਥ ਸਾਹਿਬ ਦੀ ਕੰਟੀਨਿਊਟੀ ਦੇ ਵਿੱਚ ਹੀ ਇਹ ਵੀ ਗ੍ਰੰਥ ਹੈ, ਅਸੀਂ ਇਹ ਕਹਿ ਰਹੇ ਹਾਂ ਕਿ ਵੀ ਇਹ ਵੀ ਵਿਆਖਿਆ ਉਹਨਾਂ ਸਿਧਾਂਤਾਂ ਦੀ ਕਰਦਾ ਹੈ, ਤੇ ਫਿਰ ਭਾਈ ਗੁਰਦਾਸ ਜੀ ਤੇ ਕਰ ਚੁੱਕੇ ਸਨ ਪਹਿਲਾਂ ਹੀ, ਤੇ ਇਹਦੀ ਲੋੜ ਕੀ ਸੀ? ਲੇਕਿਨ ਜੇ ਅਸੀਂ ਥੋੜ੍ਹਾ ਜਿਹਾ ਗੌਰ ਨਾਲ ਦੇਖੀਏ ਤੇ ਸਾਨੂੰ ਇਹ ਪਤਾ ਲੱਗੇਗਾ ਕਿ ਭਾਈ ਗੁਰਦਾਸ ਜੀ ਨੇ 8-8 ਲਾਈਨਾਂ 6-6 ਲਾਈਨਾਂ ਦੀਆਂ ਪੌੜੀਆਂ ਦੇ ਵਿੱਚ ਗੱਲ ਕੀਤੀ ਹੈ ਕਿ ਗੁਰਮੰਤਰ ਕੀ ਹੈ, ਵਾਹਿਗੁਰੂ ਕੀ ਹੈ, ਸਤ ਸੰਗਤ ਕੀ ਹੈ, ਮਨਮੁਖ ਕੀ ਹੈ, ਗੁਰਮੁਖ ਕੀ ਹੈ। ਜਾਂ ਜੇ ਉਹਨਾਂ ਨੇ ਵੇਦਾਂ ਔਰ ਸ਼ਾਸਤਰਾਂ ਦੇ ਰੈਫਰੈਂਸਿਸ ਵੀ ਦਿੱਤੇ ਨੇ ਤੇ ਉਹ 4-4 6-6 ਲਾਈਨਾਂ 8-8 ਲਾਈਨਾਂ ਤੋਂ ਵੱਧ ਉਹਨਾਂ ਦੀ ਕੋਈ ਸ਼ਾਇਦ ਪੌੜੀ ਨਾ ਹੋਵੇ। ਦੂਸਰੀ ਗੱਲ ਇਹ ਹੈ ਕਿ ਉਹ ਇੰਨਾ ਸੰਖੇਪ ਨੇ ਕਿ ਉਹਦੇ ਤੋਂ ਪੂਰੀ ਡਿਟੇਲਡ ਵਿਆਖਿਆ ਜਿਹੜੀ ਹੈ ਉਹ ਸ਼ਾਇਦ ਸਾਨੂੰ ਨਹੀਂ ਸਮਝ ਆਉਂਦੀ। ਆਬਜੈਕਸ਼ਨ ਜ਼ਿਆਦਾਤਰ ਦਸਮ ਗ੍ਰੰਥ ਇਸ ਵਾਸਤੇ ਉੱਠਦੇ ਨੇ, ਕਹਿੰਦੇ ਵੀ ਇਹਦੇ ਵਿੱਚ ਜਿਹੜੇ ਰੈਫਰੈਂਸਿਸ ਨੇ ਕਾਫੀ ਜ਼ਿਆਦਾ ਆਬਜੈਕਸ਼ਨੇਬਲ ਨੇ, ਉਹਨਾਂ ਨੂੰ ਘਰ ਵਿੱਚ ਬੈਠ ਕੇ ਪੜ੍ਹਿਆ ਨਹੀਂ ਜਾ ਸਕਦਾ। ਕਹਾਣੀਆਂ ਹੈਗੀਆਂ ਨੇ, ਜ਼ਿਕਰ ਕੀਤਾ ਐਨੈਕਡੋਟਸ ਹੈਗੀਆਂ ਨੇ, ਕਹਾਣੀਆਂ ਹੈਗੀਆਂ ਨੇ ਜੋ ਕਿ ਆਪਣੇ ਆਪ ਵਿੱਚ, ਜੇ ਉਹ ਸ਼ਬਦ ਇਸਤੇਮਾਲ ਨਹੀਂ ਕਰਨਾ ਚਾਹਾਂਗਾ, ਲੇਕਿਨ ਉਹ ਆਪਣੇ ਆਪ ਵਿੱਚ ਆਬਜੈਕਸ਼ਨੇਬਲ ਨੇ, ਉਹਨਾਂ ਨੂੰ ਘਰ ਵਿੱਚ ਧੀ ਭੈਣਾਂ ਨਾਲ ਬੈਠ ਕੇ ਨਹੀਂ ਸੁਣਿਆ ਜਾ ਸਕਦਾ। ਇਹਦੇ ਵਿੱਚ ਕਿੰਨੀ ਸੱਚਾਈ ਹੈ? ਇਹ ਗੱਲ ਜਿਹੜੀ ਹੈ ਤੇ ਬਿਲਕੁਲ ਹੀ ਨਿਰਮੂਲ ਇਸ ਕਰਕੇ ਵੀ ਲੱਗਦੀ ਹੈ ਕਿ ਜਿੰਨਾ ਨੰਗੇਜ ਇਸ ਵੇਲੇ ਖਾਸ ਤੌਰ ਤੇ ਪੰਜਾਬੀ ਚੈਨਲਾਂ ਦੇ ਉੱਤੇ ਦਿਖਾਇਆ ਜਾ ਰਿਹਾ ਹੈ, ਉਹਦਾ ਤੇ ਇਹ 100ਵਾਂ ਹਿੱਸਾ ਵੀ ਨਹੀਂ ਹੈ। ਕੰਪੈਰੀਜ਼ਨ ਨਹੀਂ ਨਾ ਹੋ ਸਕਦਾ, ਆਪਾਂ ਕੰਪੈਰੀਜ਼ਨ ਨਹੀਂ ਕਰ ਸਕਦੇ ਟੀਵੀ ਚੈਨਲਾਂ ਦੇ ਨਾਲ। ਤਾਂ ਇਹਦਾ ਆਪਾਂ ਗੱਲ ਕਰ ਰਹੇ ਹਾਂ, ਦਰਅਸਲ ਉਹ ਮਨ ਦੀ ਅਵਸਥਾ ਹੈ ਲੋਕਾਂ ਦੀ, ਇਹ ਤੇ ਪੜ੍ਹਨਾ ਹੈ ਔਰ ਉਹਨੂੰ ਤੁਸੀਂ ਕਿਸੇ ਰੈਫਰੈਂਸ ਦੇ ਵਿੱਚ ਕੰਟੈਕਸਟ ਵਿੱਚ ਸਮਝਣਾ ਹੈ। ਡਾਕਟਰ ਜੋਤ ਸਿੰਘ ਜੀ ਤੋਂ ਮੈਂ ਪੁੱਛਣਾ ਚਾਹਾਂਗਾ, ਇਹ ਜੋ ਮੈਂ ਗੱਲ ਕੀਤੀ ਹੈ, ਹਾਂਜੀ ਪੰਨੂ ਸਾਹਿਬ ਤੋਂ, ਪੰਨੂ ਸਾਹਿਬ ਇਹ ਦੱਸੋ ਵੀ ਇਹ ਜਿਹੜੀ ਗੱਲ ਹੈਗੀ ਵੀ ਇਸ ਕਿਸਮ ਦੇ ਰੈਫਰੈਂਸਿਸ ਨੇ, ਆਬਜੈਕਸ਼ਨੇਬਲ ਨੇ, ਕਹਾਣੀਆਂ ਹੈਗੀਆਂ ਨੇ ਜੋ ਕਿ ਤੁਹਾਡੇ ਸੈਂਸਿਸ ਨੂੰ ਸੂਟ ਕਰਦੀਆਂ ਨੇ, ਉਸ ਕਿਸਮ ਦੀ ਚਰਿੱਤਰ ਕਥਾਵਾਂ ਨਹੀਂ ਹੈਗੀਆਂ ਜੋ ਕਿ ਸ਼ਾਇਦ ਆਪਾਂ ਕਹਿ ਸਕਦੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਤੇ ਇਸ ਤਰੀਕੇ ਨਾਲ ਉਹਨਾਂ ਦੀ ਤੁਲਨਾ ਵੀ ਨਹੀਂ ਕੀਤੀ ਜਾ ਸਕਦੀ? ਦੇਖੋ, ਜੇ ਆਲੋਚਕ ਨੇ ਆਲੋਚਨਾ ਦੇ ਮਕਸਦ ਨਾਲ ਹੀ ਧਰਮ ਗ੍ਰੰਥਾਂ ਦੀ ਪਰਖ ਕਰਨੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਵੀ ਇਹ ਇਤਰਾਜ਼ਯੋਗ ਪੰਕਤੀਆਂ ਕੱਢ ਦਿੰਦੇ ਨੇ। ਰਿਗਵੇਦ ਦੇ ਵਿੱਚ ਇਤਰਾਜ਼ਯੋਗ ਕਹਾਣੀਆਂ ਦੱਸੀਆਂ ਜਾਂਦੀਆਂ ਨੇ। ਵੈਦਿਕ ਪਰੰਪਰਾ ਦੇ ਵਿੱਚ, ਪੁਰਾਣ ਕਥਾਵਾਂ ਦੇ ਵਿੱਚ ਕਾਫੀ ਕੁਝ ਅਜਿਹੀ ਸਮੱਗਰੀ ਹੈ ਜਿਹਨੂੰ ਸਮਾਜ ਪ੍ਰਵਾਨ ਨਹੀਂ ਕਰਦਾ, ਲੇਕਿਨ ਚੈਲੰਜ ਕਰਦੇ ਨੇ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁਝ ਐਸੀ ਚੀਜ਼ ਕੱਢ ਕੇ ਦਿਖਾਓ ਤੇ ਦਸ਼ਮ ਗ੍ਰੰਥ ਦੇ ਵਿੱਚ ਜਿਹਦਾ ਕਿ ਵਿਚਾਰ ਤੁਸੀਂ ਘਰਦਿਆਂ ਨਾਲ ਬੈਠ ਕੇ ਕਰ ਸਕਦੇ ਹੋ। ਨਹੀਂ, ਹੁਣ ਜੇ ਆਪਾਂ ਮੀਨਿੰਗ ਇਸ ਤਰੀਕੇ ਨਾਲ ਹੀ ਕੱਢਣੇ ਹੋਣ ਕਿ ਉਹ ਇਤਰਾਜ਼ਯੋਗ ਲੱਗਣ ਹਰੇਕ ਨੂੰ, ਅੱਜ ਨਾ ਸੁੱਤੀ ਕੰਤ ਸਿਉ ਅੰਗ ਮੋੜੇ ਮੁੜ ਜਾਏ, ਇਹ ਪੰਕਤੀਆਂ ਨੇ ਜਿਹੜੀਆਂ ਇਹਨਾਂ ਦੇ ਅਰਥ ਵਾਹੀਅਤ ਕਰਦੇ ਨੇ, ਤੋ ਇਹ ਤਰੀਕਾ ਹੈ ਨਹੀਂ। ਪੈਗੰਬਰ, ਗੁਰੂ, ਰਿਸ਼ੀ ਇਹ ਪਰਫੈਕਸ਼ਨ ਦੇ ਚਿੰਨ੍ਹ ਨੇ, ਸੰਪੂਰਨ ਨੇ, ਤੇ ਇਹਨਾਂ ਦੀ ਲਾਈਫ ਪ੍ਰਤੀ ਜਿਹੜੀ ਹੈ ਜਗਿਆਸਾ ਉਹ ਵੀ ਸੰਪੂਰਨ ਹੈ ਤੇ ਇਹਨਾਂ ਦੀ ਰਚਨਾਵਾਂ ਵੀ ਸੰਪੂਰਨ ਨੇ, ਜਿਨ੍ਹਾਂ ਨੂੰ ਅਸੀਂ ਟੋਟੇ ਕਰਕੇ ਨਹੀਂ ਦੇਖਦੇ। ਠੀਕ ਹੈ। ਤੋ ਸਿਆਣੇ ਪੁਰਖ ਇਹ ਕਹਿੰਦੇ ਨੇ ਕਿ
ਦਸਮ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਉਹ ਸਾਹਮਣੇ ਦਿਸਦੇ ਪ੍ਰਤੱਖ ਸੰਸਾਰ ਦੀ ਕਹਾਣੀ ਦੱਸਦੀ ਹੈ ਸਾਨੂੰ। ਯਾਨੀ ਜੇ ਆਪਾਂ ਇਹਨਾਂ ਦਾ ਪ੍ਰੈਕਟੀਕਲ ਜਿਹੜੇ ਫਰਕ ਰੱਖਣਾ ਚਾਹੀਦਾ ਲਾਈਫ, ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਜੀ ਦਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀ ਸੁਰ ਹੈ ਨਾ ਉਹ ਨਿਰੰਕਾਰ ਅਕਾਲ ਪੁਰਖ ਦੀ ਹੈ ਜੀ, ਅਦ੍ਰਿਸ਼ਟ ਅਦਿੱਖ। ਤੇ ਦਸਮ ਗ੍ਰੰਥ ਦੀ ਰਚਨਾ ਹੁੰਦੀ ਹੈ ਜਦੋਂ ਇਹਨੂੰ ਆਪਾਂ ਫਲਸਫੇ ਦੇ ਵਿੱਚ ਵੈਨ ਗੋਡ ਐਂਟਰਸ ਇਨਟੂ ਹਿਸਟਰੀ। ਠੀਕ ਹੈ ਤੋ ਇੱਥੇ ਅਸੀਂ ਬੈਠੇ ਹਾਂ ਦੇਖ ਰਹੇ ਹਾਂ ਚਾਰੇ ਪਾਸੇ, ਇਹ ਵੀ ਤਾਂ ਰੱਬ ਦੀ ਕ੍ਰੀਏਸ਼ਨ ਹੈ ਜੀ। ਸੋ ਜਦੋਂ ਰੱਬ ਸੰਸਾਰ ਦੇ ਵਿੱਚ ਪ੍ਰਗਟ ਹੋ ਕੇ ਵਿਚਰਦਾ ਹੈ ਤਾਂ ਉਹ ਜਰਨੈਲ ਵੀ ਹੈ, ਉਹ ਸ਼ਾਇਰ ਵੀ ਹੈ, ਉਹ ਰਾਜਨੀਤੀਵਾਨ ਵੀ ਹੈ। ਤੇ ਉਹ ਫਿਰ ਇਹ ਵੀ ਦੱਸਣਾ ਚਾਹੁੰਦੇ ਨੇ ਗੁਰੂ ਮਹਾਰਾਜ, ਕਿਉਂਕਿ ਪਰਫੈਕਟ ਨੇ, ਉਹ ਸਾਨੂੰ ਪਰਫੈਕਟ ਕਰਨਾ ਕਿ ਜੀਵਨ ਦੇ ਵਿੱਚ ਉੱਤਮ ਤੇ ਮਾੜੇ ਮਰਦ ਤੇ ਔਰਤਾਂ ਹੈ। ਸੋ ਇਹ ਜਿਹੜੀਆਂ ਨੇ ਨਾ ਕਥਾਵਾਂ ਜਿਨ੍ਹਾਂ ਨੂੰ ਇਤਰਾਜ਼ਯੋਗ ਆਖਿਆ ਜਾਂਦਾ ਹੈ, ਇੱਕ ਕਥਾ ਮਾੜੇ ਬੰਦੇ ਮਾੜੀ ਔਰਤ ਦੀ ਸੁਣਾ ਕੇ ਉਹ ਤੋਂ ਬਾਅਦ ਫਿਰ ਤੱਤਸਾਰ ਜਿਹੜਾ ਕੱਢਿਆ ਜਾਂਦਾ ਹੈ ਕਿ ਨਤੀਜੇ ਇਹਦੇ ਇਹ ਨਿਕਲਣਗੇ। ਠੀਕ ਹੈ। ਲਾਂਬਾ ਸਾਹਿਬ ਹੈਗੇ ਨੇ ਸੰਖੇਪ ਦੇ ਵਿੱਚ ਕੀ ਸਮਝ ਸਾਡਾ ਬ੍ਰੇਕ ਆਉਣ ਵਾਲੀ ਹੈ। ਮੈਂ ਤੁਹਾਡੇ ਤੋਂ ਜਾਣਦਾ ਕਿ ਇਹ ਕਿਹਾ ਜਾਂਦਾ ਵੀ ਇਹਦੇ ਲੇਖਕ ਜਿਹੜੇ ਹੈਗੇ ਨੇ ਕੋਈ ਹੋਰ ਹੀ ਸਨ, ਕ੍ਰਿਟਿਕਸ ਕਹਿੰਦੇ ਨੇ ਇਹ ਚੀਜ਼। ਜਿਹੜਾ ਇਹ ਮੁੱਦਾ ਜਿਹੜਾ ਦਿੱਤਾ ਗਿਆ ਹੈ ਬੜਾ ਇੰਪੋਰਟੈਂਟ ਹੈ। ਇਸ ਨੂੰ ਸਮਝਣ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਸ਼ੇ ਨੂੰ ਸਮਝਣਾ ਪਏਗਾ ਜਿਹੜਾ ਉਹਨਾਂ ਨੇ ਖੁਦ ਕਲਮਬੱਧ ਕੀਤਾ ਹੈ। ਉਹ ਕਹਿੰਦੇ ਹਨ ਕਿ ਰੱਬ ਦਾ ਜਿਹੜਾ ਸਰੂਪ ਹੈ ਕਤਹੁ ਵਿਚਾਰ ਅਵਿਚਾਰ ਕੋ ਵਿਚਾਰਤ ਹੋ। ਸ਼ੁਭ ਵਿਚਾਰਾਂ ਦੇ ਵਿਚਾਰ ਤੇ ਹਰ ਕਿਸੇ ਨੇ ਸੋਝੀ ਮੰਗੀ ਹੈ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਪਰਮਾਤਮਾ ਕੋਲੋਂ ਸ਼ੁਭ ਵਿਚਾਰ ਤੇ ਅਵਿਚਾਰ ਦੋਨਾਂ ਦੀ ਵਿਚਾਰ ਦੀ ਗੱਲ ਕਰਦੇ ਹਨ। ਉਹ ਕਹਿੰਦੇ ਨੇ ਕਤਹੁ ਵਿਚਾਰ ਅਵਿਚਾਰ ਕੋ ਵਿਚਾਰਤ ਹੋ ਕਹੂੰ ਨਿਜ ਨਾਰ ਪਰ ਨਾਰ ਕੇ ਨਿਕੇਤ ਹੋ। ਹੇ ਪਰਮਾਤਮਾ ਤੂੰ ਮੈਨੂੰ ਨਿਜ ਨਾਰ ਤੇ ਪਰ ਨਾਰ ਦੇ ਕਨਸੈਪਟ ਨੂੰ ਵੀ ਕਲੀਅਰ ਕਰ ਦੇ। ਯਾਨੀ ਕਿ ਤੁਸੀਂ ਕਹਿ ਰਹੇ ਹੋ ਨੈਗੇਟਿਵਿਟੀ ਦਾ ਜਿਹੜਾ ਕਨਸੈਪਟ ਹੈਗਾ, ਨੈਗੇਟਿਵਿਟੀ ਦਾ ਅੱਜ ਜੇਕਰ ਉਸ ਚੀਜ਼ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਸ ਨੂੰ ਦੂਸਰੇ ਢੰਗ ਨਾਲ ਕਿਹਾ ਗਿਆ ਕੁਚੱਜੀ ਤੇ ਸੁਚੱਜੀ, ਠੀਕ ਹੈ ਜੀ, ਉਸ ਦੇ ਵਿੱਚ ਵੀ ਉਹਨਾਂ ਨੇ ਸੁਹਾਗਣ ਤੇ ਦੁਹਾਗਣ ਦਾ ਕਨਸੈਪਟ ਬਾਰ-ਬਾਰ ਆਇਆ ਹੈ। ਇਸ ਗੁਰਮੁਖ ਤੇ ਮਨਮੁਖ ਦਾ ਕਨਸੈਪਟ ਆਇਆ ਹੈ। ਇਸ ਚੀਜ਼ ਨੂੰ ਸਮਝਣ ਲਈ ਇਹਦੇ ਚ ਮੈਂ ਇੱਕ ਜ਼ਰੂਰ ਤੁਹਾਨੂੰ ਕਹਿਣਾ ਚਾਹਾਂਗਾ, ਇੱਕ ਲਾਈਨ ਦੇ ਵਿੱਚ। ਬਿਲਕੁਲ ਇਸ ਦੇ ਚ ਇੱਕ ਲਾਈਨ ਜਿਹੜੇ ਕੁਝ ਲਫ਼ਜ਼ ਇਹਦੇ ਉੱਤੇ ਇਤਰਾਜ਼ ਕੀਤੇ ਜਾਂਦੇ, ਮੈਂ ਲਾਂਬਾ ਜੀ ਇੱਥੇ ਇੱਕ ਛੋਟਾ ਜਿਹਾ ਬ੍ਰੇਕ ਕਿਉਂਕਿ ਗੱਲ ਲੰਬੀ ਜਾ ਰਹੀ ਹੈ। ਇੱਕ ਛੋਟਾ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਉਹ ਲਫ਼ਜ਼ਾਂ ਦੀ ਉਹ ਇਤਰਾਜ਼ਯੋਗ ਜਿਹੜੀ ਰੈਫਰੈਂਸਿਸ ਨੇ ਉਹਨਾਂ ਦੀ ਗੱਲ ਕਰਾਂਗੇ। ਤੇ ਇੱਕ ਚੀਜ਼ ਇਸ ਗੱਲ ਨੂੰ ਲੈ ਕੇ ਹੋਰ ਵੀ ਆਉਂਦੀ ਹੈ, ਦਸਮ ਗ੍ਰੰਥ ਨੂੰ ਇਸ ਉੱਤੇ ਇਹਦੇ ਓਰੀਜਨ ਬਾਰੇ ਕਾਫੀ ਕਿਸਮ ਦੇ ਭਰਮ ਹੈਗੇ ਨੇ ਜਿਨ੍ਹਾਂ ਉੱਤੇ ਕਿ ਜਨਤਾ ਜਾਣਨਾ ਚਾਹੁੰਦੀ ਹੈ, ਲੋਕ ਜਾਣਨਾ ਚਾਹੁੰਦੇ ਨੇ। ਉਸ ਉੱਤੇ ਗੱਲਬਾਤ ਸਾਡੀ ਬ੍ਰੇਕ ਤੋਂ ਬਾਅਦ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਇਦਾਂ ਹੀ ਜਾਰੀ ਰਹੇਗੀ। ਸਾਡੀ ਗੱਲਬਾਤ ਚੱਲਦੀ ਹੈ ਖਬਰਸਾਰ ਪ੍ਰੋਗਰਾਮ ਵਿੱਚ ਦਸ਼ਮ ਗ੍ਰੰਥ, ਜਿਸ ਨੂੰ ਲੈ ਕੇ ਕਾਫੀ ਜ਼ਿਆਦਾ ਕੰਟਰੋਵਰਸੀ ਪਹਿਲਾਂ ਰਹੀ। ਹਾਲਾਂਕਿ ਇਹ ਦਸ਼ਮ ਗ੍ਰੰਥ ਨੂੰ ਐਕਸੈਪਟੈਂਸ ਪੂਰੀ ਤਰ੍ਹਾਂ ਨਾਲ ਮਿਲ ਚੁੱਕੀ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ, ਲੇਕਿਨ ਹਜੇ ਵੀ ਜਿਹੜੇ ਕ੍ਰਿਟਿਕਸ ਨੇ ਉਹਨਾਂ ਦਾ ਇਹ ਮੰਨਣਾ ਵੀ ਕਿਸੇ ਵੀ ਤਰੀਕੇ ਨਾਲ ਇਹਨਾਂ ਦੀ ਤੁਲਨਾ ਨਹੀਂ ਕੀਤੀ ਜਾਣੀ ਚਾਹੀਦੀ, ਜੋ ਕਿ ਕਿਤੇ ਸ਼ਾਇਦ ਹੋ ਵੀ ਨਹੀਂ ਰਹੀ ਹੈ। ਲੇਕਿਨ ਕ੍ਰਿਟਿਕਸ ਇਹ ਗੱਲ ਮੰਨਦੇ ਨੇ ਵੀ ਇੱਕ ਐਸੀ ਰਾਈਟਿੰਗ ਹੈਗੀ ਹੈ ਜਿਸ ਵਿੱਚ ਕਈ ਆਬਜੈਕਸ਼ਨੇਬਲ ਚੀਜ਼ਾਂ ਨੇ ਜੋ ਕਿ ਸ਼ੋਭਦੀਆਂ ਨਹੀਂ ਹੈਗੀਆਂ, ਤੇ ਇਹਦੇ ਓਰੀਜਨ ਨੂੰ ਲੈ ਕੇ ਵੀ ਕਈ ਕਿਸਮ ਦੇ ਸਵਾਲ ਖੜੇ ਕੀਤੇ ਜਾ ਰਹੇ ਨੇ। ਗੁਰਚਰਨਜੀਤ ਸਿੰਘ ਲਾਂਬਾ ਜੀ ਐਡੀਟਰ ਸਨ ਸਿਪਾਹੀ ਨਾਲ ਤੋਂ ਗੱਲਬਾਤ ਸ਼ੁਰੂ ਕਰਦੇ। ਲਾਂਬਾ ਸਾਹਿਬ ਆਬਜੈਕਸ਼ਨਲ ਰੈਫਰੈਂਸਿਸ ਦੀ ਗੱਲ ਕਰ ਰਹੇ ਸੀ, ਐਸੀ ਕੀ ਚੀਜ਼ਾਂ ਹੈਗੀਆਂ ਨੇ ਜੋ ਕਿ ਸਮਝਦੇ ਨੇ ਕ੍ਰਿਟਿਕਸ ਵੀ ਇਹ ਚੀਜ਼ ਨਹੀਂ ਐਕਸੈਪਟ ਨਹੀਂ ਕੀਤੀ ਜਾ ਸਕਦੀ, ਘਰੇ ਬਹਿ ਕੇ ਅਸੀਂ ਪੜ੍ਹ ਨਹੀਂ ਸਕਦੇ, ਵਿਚਾਰ ਨਹੀਂ ਕਰ ਸਕਦੇ, ਫੈਮਿਲੀ ਦੇ ਵਿੱਚ ਡਿਸਕਸ ਨਹੀਂ ਕਰ ਸਕਦੇ। ਬਿਲਕੁਲ ਠੀਕ ਹੈ। ਹੁਣ ਇਸ ਦੇ ਵਿੱਚ ਮੈਂ ਸਿਰਫ ਇੱਕ ਤੁਹਾਨੂੰ ਲਫ਼ਜ਼ ਦੇਣਾ ਚਾਹਾਂਗਾ ਜਿਹੜਾ ਕਿ ਬਹੁਤ ਅਹਿਮ ਹੈ ਕਿ ਇੱਕ ਇਤਰਾਜ਼ ਜੋ ਦਸਮ ਗ੍ਰੰਥ ਦੀ ਇੱਕ ਤੁਕ ਹੈ, ਇੱਕ ਛੰਦ ਹੈ 244 ਚਰਿੱਤਰ ਦੇ ਵਿੱਚ, ਉਹ 4 ਤੁਕਾਂ ਦਾ ਇੱਕ ਛੰਦ ਹੈ। ਉਹਦੇ ਅਖੀਰ ਵਿੱਚ ਉਸ ਨੂੰ ਕਲੋਜ਼ਿੰਗ ਜਿਹੜਾ ਕੀਤਾ ਗਿਆ ਹੈ ਉਹ 20 ਨੰਬਰ ਦਾ ਛੰਦ ਹੈਗਾ। ਹੁਣ ਉਹ ਇੱਕ ਸੰਵਾਦ ਹੈ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇੱਕ ਕੰਕਰੀਟ ਐਗਜ਼ਾਮਪਲ ਦੇਣਾ ਚਾਹੁੰਦਾ ਮੈਂ ਉਹ ਜਾਣਨਾ ਚਾਹ ਰਿਹਾ ਕਿ ਸਮਾਂ ਸਾਡੇ ਕੋਲ ਥੋੜਾ ਲਿਮਿਟ ਦੇਣਾ ਚਾਹਾਂਗਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਸ ਤਰ੍ਹਾਂ ਆਉਂਦਾ ਹੈ ਕਿ ਛੋੜ ਰਾਮ ਕੀ ਨਾ ਭਜੇ ਖੁਦਾਏ, ਹੁਣ ਕੱਲ ਨੂੰ ਕਵੇ ਜੀ ਕਿ ਰਾਮ ਨੂੰ ਕਿਉਂ ਨਹੀਂ ਛੱਡ ਦਿੰਦਾ, ਪਰ ਇਹ ਨਹੀਂ ਹੈ। ਇਹਦੇ ਵਿੱਚ 4 ਤੁਕਾਂ ਦਾ ਇੱਕ ਲਫ਼ਜ਼ ਹੈ, ਜਿਵੇਂ ਮੈਂ ਸ਼ੁਰੂ ਚ ਕੀਤਾ, ਗੁਰੂ ਸਾਹਿਬ ਕਹਿੰਦੇ ਨਿਜ ਨਾਰ ਤੇ ਪਰ ਨਾਰ ਦਾ ਕਨਸੈਪਟ ਸਮਝਾ ਦਿਓ। ਉਹ 4 ਤੁਕਾਂ ਹਨ। ਪਹਿਲੀ ਲਾਈਨ ਹੈ ਕਿ ਕਾਮਾ ਤੁਰ ਹੋ ਜੋ ਤ੍ਰਿਏ ਪੁਰਖ ਪ੍ਰਤ ਆਵੀ, ਘੋਰ ਨਰਕ ਮੈਂ ਪਰੇ ਜੋ ਤਾਹੇ ਨ ਰਾਵਹੀ। ਜੇ ਕੋਈ ਇਸਤਰੀ ਕਾਮ ਅਧੀਨ ਪੁਰਸ਼ ਕੋਲ ਆਂਦੀ ਹੈ, ਨਿਜ ਨਾਰ ਦੀ ਕਨਸੈਪਟ ਦੀ ਗੱਲ ਕਰ ਰਹੇ ਹੈ, ਤੇ ਅਗਰ ਉਸ ਨੂੰ ਨਹੀਂ ਮਿਲਦਾ ਤੇ ਉਹ ਨਰਕ ਜਾਏਗਾ। ਇਸ ਦੇ ਨਾਲ ਹੀ ਇਸ ਦਾ ਜਵਾਬ ਹੈ ਕਿ ਜੋ ਪਰ ਤ੍ਰਿਏ ਪਰ ਸੇਜ ਭਜਤ ਹੈ ਜਾਏ ਕਰ, ਹੋ ਪਾਪ ਕੁੰਡ ਮੇ ਪਰੇ ਸੁਪਾਏ ਤਾਏ ਕਰ। ਜੇ ਪਰ ਨਾਰੀ ਦੇ ਨਾਲ ਅਡਲਟਰੀ ਅਗਰ ਕਰਦਾ ਉਸ ਨੂੰ 1 ਸੈਕਿੰਡ ਵੀ ਨਹੀਂ ਲੱਗੇਗਾ, ਉਸ ਨਰਕ ਵਿੱਚ ਜਾਣ ਲੱਗਿਆ। ਨਿਜ ਨਾਰ ਦਾ ਔਰ ਪਰ ਨਾਰ ਦਾ ਕਨਸੈਪਟ ਦੇਤਾ। ਹੁਣ ਇੱਕ ਜਿਹੜੇ ਆਪਣੇ ਆਪ ਨੂੰ ਮਿਸ਼ਨਰੀ ਕਹਿੰਦੇ ਆ, ਉਹਨਾਂ ਨੇ ਲਿਟਰੇਚਰ ਛਾਪਿਆ, 4 ਲਾਈਨਾਂ ਦੇ ਵਿੱਚੋਂ ਪਹਿਲੀਆਂ 2 ਲਾਈਨਾਂ ਛਾਪ ਦਿੱਤੀਆਂ ਔਰ ਅਖੀਰਲੀਆਂ 2 ਲਾਈਨਾਂ ਛੱਡ ਦਿੱਤੀਆਂ, ਉੱਥੇ ਹੀ ਕਲੋਜ਼ਿੰਗ 2 ਲਾਈਨਾਂ 'ਚ ਕਰ ਦਿੱਤੀ। ਇਹ ਨਿਰੀ ਸ਼ਰਾਰਤ ਹੈ, ਇਸ ਤੋਂ ਬਾਅਦ ਕੁਝ ਨਹੀਂ। ਪਰ ਇਸ ਦੇ ਨਾਲ ਹੀ ਇੱਕ ਲਫ਼ਜ਼ ਸਰ ਹੋਰ ਬਹੁਤ ਇੰਪੋਰਟੈਂਟ ਹੈਗਾ ਕਿ ਮੈਂ ਹਾਂਜੀ ਉਹਦੇ ਵਿੱਚ ਇਹ ਹੈਗਾ, ਇਹਨਾਂ ਨੇ ਇਹ ਸਾਰਾ ਕੁਝ ਛਾਪਣ ਤੋਂ ਬਾਅਦ ਲਿਖ ਦਿੱਤਾ, ਜਿਹੜੀ ਗੁਰੂ ਨਿੰਦਾ ਦਾ ਇਹਨਾਂ ਦਾ ਮਕਸਦ ਹੈ। ਉਹ ਕਹਿੰਦੇ ਹਨ ਕਿ ਇਹ ਸਾਰੀਆਂ ਕੋਕ ਸ਼ਾਸਤਰ ਭਰੀਆਂ ਰਚਨਾਵਾਂ
ਨਾਲ ਲਿਖਦੇ ਹਨ ਗੁਰੂ ਗੋਬਿੰਦ ਸਿੰਘ ਨੇ ਉਹਨੂੰ ਮਾਨਤਾ ਦੇ ਦਿੱਤੀ, ਨਾਲ ਕਹਿੰਦੇ ਇਹਨਾਂ ਰਚਨਾਵਾਂ ਦੇ ਪ੍ਰਤੀ ਗੁਰੂ ਸਾਹਿਬ ਨੇ ਇਹ ਡਿਕਲੇਅਰ ਕਰਤਾ, ਲੋਕਾਂ 'ਚ ਮਸ਼ਹੂਰ ਕਰਤਾ ਮੇਰੀ ਰਚਨਾ। ਦਰਅਸਲ ਇਹਨਾਂ ਵਿੱਚੋਂ ਕਿਸੇ ਨੇ ਵੀ ਦਸਮ ਗ੍ਰੰਥ ਨੂੰ ਦੇਖਿਆ ਨਹੀਂ, ਠੀਕ ਹੈ, ਨਾ ਹੀ ਪੜਿਆ, ਇਹਨਾਂ ਨੂੰ ਇੰਨੇ ਵੀ ਨਹੀਂ ਪਤਾ। ਡਾਕਟਰ ਜੋਤ ਸਿੰਘ ਸਾਡੇ ਨਾਲ ਨੇ, ਟ੍ਰਾਂਸਲੇਸ਼ਨ ਕੀਤੀ ਹੈ। ਜੋ ਡਾਕਟਰ ਸਾਹਿਬ ਤੁਹਾਡੇ ਤੋਂ ਜਾਣਾ ਚਾਹਾਂਗੇ, ਰੈਫਰੈਂਸਿਸ ਇਹਨਾਂ ਦਾ ਆਬਜੈਕਸ਼ਨੇਬਲ ਦੀ ਗੱਲ ਕੀਤੀ ਹੈ, ਮੈਂ ਤਾਂ ਉਸ ਤੋਂ ਥੋੜਾ ਅੱਗੇ ਜਾਣਾ ਚਾਹਾਂਗਾ। ਔਰੀਜਨ ਨੂੰ ਲੈ ਕੇ ਕਹਿੰਦੇ 72 ਨਾਟਕ ਇਸ ਗ੍ਰੰਥ ਦਾ ਨਾਂ ਸੀਗਾ, ਤੇ ਇਹਦੀ ਜਿਹੜੀ ਤੁਲਨਾ ਕੀਤੀ ਜਾਂਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ, ਕੀ ਵਾਕਈ ਕੋਈ ਤੁਲਨਾ ਹੋ ਰਹੀ ਹੈ ਜਿਸ ਉੱਤੇ ਆਬਜੈਕਸ਼ਨ ਕੀਤਾ ਜਾਵੇ, ਜੋ ਕਿ ਨਹੀਂ ਹੋ ਸਕਦੀ? ਤੁਲਨਾ ਵਾਲੀ ਗੱਲ ਨਹੀਂ, ਗੁਰੂ ਗ੍ਰੰਥ ਸਾਹਿਬ ਨੂੰ ਤੇ ਸਾਰੇ ਸੁਪਰੀਮ ਮੰਨਦੇ ਨੇ, ਉਹਦੇ ਨਾਲ ਤੇ ਕਿਸੇ ਦੀ ਤੁਲਨਾ ਨਹੀਂ ਹੈ। ਕਿਹਾ ਜਾਂਦਾ ਵੀ ਬਰਾਬਰ ਪ੍ਰਕਾਸ਼ ਨਹੀਂ ਕਰਨਾ ਚਾਹੀਦਾ ਸੀਗਾ, ਐਡਾ ਵੱਡਾ ਬਖੇੜਾ ਵੀ ਖੜਾ। ਕੀਮਤੀ ਲਿਟਰੇਚਰ ਹੈ, ਇੱਕ ਬਹੁਤ ਹੀ ਮੁੱਲਵਾਨ ਲਿਟਰੇਚਰ ਹੈ, ਜਿਨੇ ਦਰਅਸਲ ਕਈ ਨਵੀਆਂ ਚੀਜ਼ਾਂ ਸਾਹਮਣੇ ਲਿਆਂਦੀਆਂ ਨੇ। ਜਿੱਦਾਂ ਨਮੂਨੇ ਤੌਰ ਤੇ ਤੁਸੀਂ ਬਚਿੱਤਰ ਨਾਟਕ ਗਿਆ, ਹਿੰਦੁਸਤਾਨ ਦੀ 5000 ਸਾਲ ਦੀ ਇਹ ਪਰੰਪਰਾ ਰਹੀ ਹੈ ਕਿ ਜਦੋਂ ਕੋਈ ਗ੍ਰੰਥ ਸ਼ੁਰੂ ਕੀਤਾ ਜਾਂਦਾ ਹੈ ਤੇ ਸਭ ਤੋਂ ਪਹਿਲਾਂ ਸਰਸਵਤੀ ਦੀ ਵੰਦਨਾ ਹੁੰਦੀ ਹੈ, ਕਵੀ ਕਰਦਾ ਹੈ, ਚਾਹੇ ਉਹ ਕਾਲੀਦਾਸ ਹੈ, ਚਾਹੇ ਭਾਵਭੂਤੀ ਹੈ, ਚਾਹੇ ਕੋਈ ਨੇ ਪੁਰਾਣੇ ਕਵੀ। ਫਿਰ ਉਸ ਤੋਂ ਬਾਅਦ ਉਹ ਗਣੇਸ਼ ਦੀ ਵੰਦਨਾ ਕਰਦਾ ਹੈ, ਕਿਉਂਕਿ ਵਿਘਨ ਵਿਨਾਸ਼ਕ ਉਹਨੂੰ ਮੰਨਿਆ ਜਾਂਦਾ ਹੈ। ਤੁਸੀਂ ਦੇਖੋ ਬਚਿੱਤਰ ਨਾਟਕ ਸ਼ੁਰੂ ਹੋ ਰਿਹਾ ਹੈ ਤੇ ਵੰਦਨਾ ਕੀ ਹੈ? ਨਮਸਕਾਰ ਸ੍ਰੀ ਖੜਗ ਕੋ ਕਰੋ ਸੋ ਹਿਤ ਚਿਤ ਲਾਏ, ਪੂਰਨ ਕਰੋ ਗ੍ਰੰਥੇ ਤੁਮ ਮੋਇ ਕਰੋ ਸਹਾਏ। ਯਾਨੀ ਇਹ ਪਰੰਪਰਾ ਕਦੀ ਵੀ ਨਹੀਂ ਰਹੀ ਕਿ ਗ੍ਰੰਥ ਸ਼ੁਰੂ ਕਰਨਾ ਹੈ ਤੇ ਖੜਗ ਦੀ ਮਤਲਬ ਵੰਦਨਾ ਜਿਹੜੀ ਉਹ ਕੀਤੀ ਜਾਵੇ। ਇੱਕ ਨਵੀਂ ਪਰੰਪਰਾ ਮਤਲਬ ਗੁਰੂ ਜਿਹੜੇ ਨੇ ਉਹ ਚਲਾ ਰਹੇ ਨੇ, ਕਰ ਰਹੇ ਨੇ, ਤੇ ਲੋਕ ਉਸ ਬਚਿੱਤਰ ਨਾਟਕ ਨੂੰ ਹੀ ਕਹਿੰਦੇ ਨੇ ਵੀ ਨਹੀਂ ਜੀ ਇਹ ਗੁਰੂ ਸਾਹਿਬ ਦੀ ਰਚਨਾ ਨਹੀਂ ਹੈ। ਫਿਰ ਨਾਲ ਹੀ ਉਹਨਾਂ ਨੇ ਇੱਕ ਹੋਰ ਸਵਈਆ ਐਡ ਕੀਤਾ, ਖਾ ਖੰਡ ਬੇਅੰਡੰ ਖਲਦਲ ਖੰਡੰ ਅਤਿਰਣ ਮੰਡੰ ਬਰ ਵੱਡੰ ਭੁਜਦੰਡ ਖੰਡੰ ਤੇਜ ਪ੍ਰਚੰਡੰ ਜੋਤੀ ਮੰਡੰ ਭਾਨ ਪ੍ਰਭਮ ਸੁਖ ਸੰਤਾ ਕਰਣੰ ਕਿਲਵਿਕ ਹਰਣੰ ਦੁਰਮਤੀ ਦਰਣੰ ਅਸੀ ਸਰਣੰ ਜੈ ਜੈ ਜਗ ਕਾਰਨ ਸ੍ਰਿਸ਼ਟ ਉਵਾਰਨ ਮਮ ਪ੍ਰਤਿਪਾਰਨ ਜੈ ਤੇਗਨ। तो वो तेग दी शक्ति मतलब ਉਹਦੀ ਖੜਗ ਦੀ ਜਿਹੜੀ ਹੈ ਵੰਦਨਾ ਇਹ ਪਹਿਲੀ ਵਾਰ ਹੋਈ ਹੈ ਹਿੰਦੁਸਤਾਨ ਵਿੱਚ। ਇੱਕ ਨਵੀਂ ਟ੍ਰੈਡੀਸ਼ਨ, ਨਵੀਂ ਪਰੰਪਰਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਦਿੱਤੀ ਹੈ। ਉਹਨੂੰ ਜੀ ਤੁਹਾਡੇ ਤੱਕ ਜਾਣਾ ਚਾਹਾਂਗਾ, ਇੱਕ ਜੇ ਬਾਰ-ਬਾਰ ਗੱਲ ਆਦੀ ਵੀ ਪ੍ਰਕਾਸ਼ ਜਿਹੜਾ ਹੈ ਬਰਾਬਰ ਦੇ ਵਿੱਚ ਹੋ ਗਿਆ, ਇਹ ਆਪਣੇ ਆਪ ਆਬਜੈਕਸ਼ਨਲ ਹੈ, ਉਹਦੇ ਤੋਂ ਥੋੜਾ ਕਲੈਰੀਫਾਈ ਕਰੋ ਕਿ ਵਾਕਈ ਕੀ ਪ੍ਰਕਾਸ਼ ਕੀਤਾ ਜਾ ਰਿਹਾ ਹੈ ਤੇ ਕੀ ਉਹ ਹੋ ਸਕਦਾ ਨਹੀਂ ਹੋ ਸਕਦਾ। ਪਹਿਲੀ ਗੱਲ ਤਾਂ ਮੈਂ ਕਲੀਅਰ ਇਹ ਕਰਨੀ ਚਾਹਾਂਗਾ ਜੀ ਕਿ ਪ੍ਰਕਾਸ਼ ਸ਼ਬਦ ਦੇ ਮਾਇਨੇ ਨੇ ਜਿਹੜੇ ਨਾ ਉਹ ਅੱਜ ਕੁਝ ਹੋਰ ਲੈ ਜਾ ਰਹੇ ਨੇ। ਜਦੋਂ ਕਿ ਆਪਣੀ ਸਨਾਤਨੀ ਭਾਸ਼ਾ ਜਿਹੜੀ ਹਿੰਦੁਸਤਾਨ ਦੀ ਜਿਹੜੀ ਟਕਸਾਲੀ ਗੁਰਦੁਆਰਿਆਂ ਦੇ ਕਥਾਕਾਰ ਵਰਤਦੇ ਰਹੇ ਨੇ, ਕਿਸੇ ਵੀ ਕਿਤਾਬ ਨੂੰ ਖੋਲਣਾ ਤੇ ਪੜ੍ਹਨਾ ਉਹਨੂੰ ਪ੍ਰਕਾਸ਼ ਕਿਹਾ ਜਾਂਦਾ। ਪਹਿਲਾ ਤਾਂ ਮੇਰਾ ਨੁਕਤਾ ਇਹ ਹੈ। ਦੂਜਾ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤਾਂ ਕੀ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੁਰੂ ਗ੍ਰੰਥ ਸਾਹਿਬ ਦਾ ਵੀ ਪ੍ਰਕਾਸ਼ ਨਹੀਂ ਹੋਣਾ ਚਾਹੀਦਾ। ਹਾਂ, ਕੁਝ ਥਾਵਾਂ ਤੇ 101 ਪ੍ਰਕਾਸ਼ ਹੁੰਦੇ ਨੇ ਜੀ, ਉਹਨੂੰ ਕੋਤਰੀ ਕਹਿੰਦੇ ਨੇ। ਤੋ ਇੱਕੋ ਵਾਰੀ 101 ਪਾਠਾਂ ਦੀ ਫਿਰ ਅਰਦਾਸ ਹੋ ਜਾਂਦੀ ਹੈ। ਇਹ ਬੇਅਦਬੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਤੁਲ ਸੰਸਾਰ ਦੀ ਕੋਈ ਵਸਤੂ, ਕੋਈ ਪੁਸਤਕ, ਕੋਈ ਵਿਚਾਰ ਅਸੀਂ ਮੰਨਦੇ ਨਹੀਂ ਕਿ ਹੋ ਸਕਦਾ। ਇਸ ਕਰਕੇ ਵੱਖਰਾ ਦਸਮ ਗ੍ਰੰਥ ਦਾ ਪ੍ਰਕਾਸ਼ ਹੋਣਾ ਤੇ ਪਾਠ ਕਰਨਾ ਤੇ ਉਹਦੀ ਕਥਾ ਕਰਨੀ, ਕੀਰਤਨ ਕਰਨਾ, ਇਹ ਗੁਰਮਤ ਇਤਿਹਾਸ ਦਾ ਇੱਕ ਅਟੁੱਟ ਅੰਗ ਹੈ। ਦੂਜੀ ਜਿਹੜੀ ਮੈਂ ਅਰਜ਼ ਕਰਨੀ ਹੈ, ਕਿਉਂਕਿ ਆਪਾਂ ਦੋ ਗ੍ਰੰਥਾਂ ਬਾਬਤ ਵਿਚਾਰ ਕਰ ਰਹੇ ਹਾਂ। ਯਾਨੀ ਕਿ ਤੁਹਾਡੇ ਕਹਿੰਦਾ ਮਤਲਬ ਹੈ ਸ਼੍ਰੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨ ਦੇ ਕੋਈ ਪ੍ਰੋਬਲਮ ਨਹੀਂ ਹੈ, ਕੋਈ ਪ੍ਰੋਬਲਮ ਨਹੀਂ, ਲੇਕਿਨ ਇਹ ਹੈ ਵੀ ਉਹਨਾਂ ਨੂੰ ਉਹਨਾਂ ਦੇ ਬਰਾਬਰ ਰੱਖ ਕੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਨਹੀਂ ਹੋਣਾ ਚਾਹੀਦਾ। ਠੀਕ ਹੈ। ਤੋ ਅਗਲਾ ਗੱਲ ਮੈਂ ਜਿਹੜਾ ਇੰਪੋਰਟੈਂਟ ਨੁਕਤਾ ਸ਼ੇਅਰ ਕਰਨਾ ਚਾਹਾਂਗਾ ਤੁਹਾਡੇ ਨਾਲ, ਉਹ ਇਹ ਕਿ ਕੁਝ ਇਹ ਆਖਦੇ ਰਹੇ ਵਿਦਵਾਨ ਕਿ ਜੋ ਕੁਝ ਗੁਰੂ ਗ੍ਰੰਥ ਸਾਹਿਬ 'ਚ ਉਹੀ ਦਸਮ ਗ੍ਰੰਥ 'ਚ ਇੱਕੋ ਹੀ ਸਿੱਖਿਆ। ਜੇ ਇੱਕੋ ਹੀ ਹੈ ਤਾਂ ਫਿਰ ਇਸ ਦੂਸਰੇ ਗ੍ਰੰਥ ਦੀ ਲੋੜ ਨਹੀਂ ਸੀ। ਕੁਝ ਆਖਦੇ ਨੇ ਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦੇ ਵਿਰੁੱਧ ਹੈ, ਉਲਟ ਹੈ। ਜੇ ਇਹ ਗੱਲ ਹੈ ਤਾਂ ਗੁਰੂ ਖਾਲਸਾ ਪੰਥ ਨੇ ਇਹਨੂੰ ਹੁਣ ਤੱਕ ਰਹਿਣਾ ਆਪਣੇ ਨਾਲ ਨਹੀਂ ਰੱਖਣਾ ਸੀ। ਮੂਲ ਜਿਹੜਾ ਮੁੱਦਾ ਹੈ ਨਾ ਇੱਥੇ ਸਮਝਣ 'ਚ ਗਲਤੀ ਖਾ ਰਹੇ ਨੇ ਜਿਹੜੇ ਲੋਕ ਆਲੋਚਕ, ਉਹ ਇਹ ਕਿ ਦੋਹਾਂ ਗ੍ਰੰਥਾਂ ਦੀ ਸ਼ੈਲੀ ਹੈ ਜਿਹੜੀ ਉਹ ਭਿੰਨ-ਭਿੰਨ ਤਰ੍ਹਾਂ ਦੀ ਹੈ। ਕੁਦਰਤੀ ਹੈ ਕਿ ਉਹ ਅਦ੍ਰਿਸ਼ਟਮਾਨ ਸੰਸਾਰ ਵੱਲ ਸੰਕੇਤ ਕਰਦਾ ਹੈ, ਇਹ ਦ੍ਰਿਸ਼ਟਮਾਨ ਸੰਸਾਰ ਵੱਲ ਥੋੜਾ ਪ੍ਰੈਕਟੀਕਲ ਹੈ, ਵਿਵਹਾਰਿਕ ਤਾਂ ਕਰਕੇ ਸ਼ਾਇਦ ਇਹਦੇ 'ਚ ਉਹ ਨੈਗੇਟਿਵਿਟੀ ਦਾ ਵੀ ਰੈਫਰੈਂਸ ਹੈਗਾ। ਜੋ ਦੂਜੀ ਗੱਲ ਰਸਾ ਇੱਕ ਮੈਂ ਅਰਜ਼ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾ ਭਗਤਾਂ ਤੇ ਗੁਰੂਆਂ ਦੀਆਂ ਬਾਣੀਆਂ ਦੀਆਂ ਸ਼ੈਲੀਆਂ ਦੀ ਪਛਾਣ ਆ ਜਾਂਦੀ ਹੈ। ਭਗਤ ਰਵਿਦਾਸ ਜੀ ਦੀ ਬਾਣੀ ਦੀ ਸ਼ੈਲੀ, ਭਗਤ ਨਾਮਦੇਵ ਜੀ ਦੀ ਮਰਾਠਾ ਸ਼ਬਦਾਵਲੀ ਹੈਗੀ, ਬਾਬਾ ਫਰੀਦ ਜੀ ਦੀ ਬਾਣੀ, ਇਹ ਵੱਖ-ਵੱਖ ਜਿਵੇਂ ਨਾ ਸਮੁੰਦਰ ਦੇ ਵਿੱਚ ਵੱਖ-ਵੱਖ ਨਦੀਆਂ ਵਗਦੀਆਂ ਹੋਣ ਐ ਦਿਸਦੇ ਨੇ, ਲੇਕਿਨ ਦਸਮ ਗ੍ਰੰਥ ਇੱਕ ਦੀ ਰਚਨਾ ਹੈ, ਸਾਰੀ ਦੀ ਸਾਰੀ ਸ਼ੈਲੀ ਇੱਕ ਹੈ। ਡਾਕਟਰ ਸਾਹਿਬ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ, ਇਸ ਕਿਹਾ ਜਾਂਦਾ ਵੀ ਲਗਭਗ 35 ਜਿਹੜੇ ਹੈਗੇ ਨੇ ਰਾਈਟਰਸ ਹੈਗੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ, ਲੇਕਿਨ ਹਾਂ 36 ਇੱਥੇ ਗੱਲ ਆਉਂਦੀ ਹੈ ਵੀ ਸ੍ਰੀ ਦਸਮ ਗ੍ਰੰਥ ਦੀ ਗੱਲ ਆਉਂਦੀ ਹੈ ਵੀ ਕਹਿੰਦੇ ਇਹਦੇ ਵਿੱਚ ਕੁਝ ਐਸੇ ਕਮੀਆਂ ਦੀ ਗੱਲ ਕੀਤੀ ਹੈ ਵੀ ਸ਼ਾਮ ਜਾਂ ਰਾਮ ਇਸ ਕਿਸਮ ਦੀ ਰੈਫਰੈਂਸਸ ਦਿੱਤੇ ਗਏ ਨੇ। ਉਹ ਕੌਣ ਲੋਕ ਹੈਗੇ ਨੇ, ਉਹ ਕਿਹਨਾਂ ਦੀ ਬਾਣੀ? ਉਹ ਅਵਤਾਰਵਾਦੀਆਂ, ਇਹ ਕ੍ਰਿਟਿਕਸ ਦਾ ਸਵਾਲ ਹੈਗਾ। ਅਵਤਾਰਵਾਦੀਆਂ ਜਿਹੜੀਆਂ ਕਹਾਣੀਆਂ ਨੇ ਉਹਨਾਂ ਦੇ ਵਿੱਚ ਨਾ ਆਏ ਨੇ, ਲੇਕਿਨ ਕੋਈ ਇਹ ਵੀ ਤੇ ਨਾਲ ਦੱਸੇ ਵੀ ਉਹ ਰਾਮ ਔਰ ਸ਼ਾਮ ਕੌਣ ਸੀਗੇ ਜਾਂ ਉਹਨਾਂ ਦੀਆਂ ਹੋਰ ਰਚਨਾਵਾਂ ਕਿਹੜੀਆਂ ਨੇ।
ਉਹਨਾਂ ਦਾ ਕੋਈ ਅੱਗਾ ਪਿੱਛਾ ਨਹੀਂ। ਐਕਚੁਅਲੀ ਗੁਰੂ ਗੋਬਿੰਦ ਸਿੰਘ ਦਾ ਹੀ ਨਾਂ ਜਿਹੜਾ ਹੈ ਉਹ ਸ਼ਾਮ ਵੀ ਸੀ ਤੇ ਉਹ ਰਾਮ ਵੀ ਸੀ ਘਰ ਦੇ ਵਿੱਚ। ਆਬਜੈਕਸ਼ਨ ਇਹ ਵੀ ਕਹਿੰਦੇ ਵੀ ਜਿੰਨੇ ਵੀ ਰਾਈਟਰਸ ਨੇ ਲਿਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹਨਾਂ ਨੇ ਨਾਨਕ ਦੇ ਰੈਫਰੈਂਸ ਦੇ ਨਾਲ ਲਿਖਿਆ, ਯਾਨੀ ਕਿ ਨਾਨਕ ਦੇ ਵੱਲੋਂ ਲਿਖਿਆ, ਜਦੋਂ ਕਿ ਇੱਥੇ ਨਹੀਂ ਇੰਡੀਵਿਜੂਅਲ ਨਾਂ ਲਏ ਗਏ। ਨਾਨਕ ਦੇ ਨਾਂ ਤੇ ਨਾਲ ਤੇ ਸਿਰਫ ਗੁਰੂ ਸਾਹਿਬਾਨ ਨੇ ਲਿਖਿਆ, ਜਿਹੜੇ ਭਗਤ ਸੀਗੇ ਉਹ ਭਗਤਾਂ ਦੇ ਗੁਰੂ ਸਾਹਿਬਾਨ ਨੇ ਭਗਤਾਂ ਦੇ ਇੱਥੇ ਫਿਰ ਗੁਰੂ ਸਾਹਿਬਾਨ ਨੇ ਨਾਮ ਲਏ। ਨਹੀਂ ਇਹਨੂੰ ਤਾਈਓ ਤੇ ਕਹਿ ਰਹੇ ਨਾ, ਤੁਸੀਂ ਵੀ ਕਹਿ ਰਹੇ ਜੇ, ਔਰ ਉਹ ਠੀਕ ਗੱਲ ਹੈ ਵੀ ਇਹਨੂੰ ਉਹਦੇ ਨਾਲ ਕੰਪੇਅਰ ਨਹੀਂ ਆਪਾਂ ਕਰਨਾ। देयर इज नो ਕੰਪੈਰੀਜ਼ਨ। ਲੱਕੀ ਜੀ ਇੱਕ ਹੋਰ ਬੜੀ ਇੰਪੋਰਟੈਂਟ ਹੈ ਕਿ ਨਾਨਕ ਹੀ ਲਫ਼ਜ਼ ਵਰਤਣਾ। ਸਭ ਤੋਂ ਪਹਿਲੀ ਗੱਲ ਤਾਂ ਹੈ ਕਿ ਦਸਮ ਗ੍ਰੰਥ ਤੇ ਗੁਰੂ ਗ੍ਰੰਥ ਸਾਹਿਬ ਇਹ ਦੋ ਬਾਣੀਆਂ ਦੇ ਸਰੋਤ ਹਨ ਜਿਹੜੇ ਖਾਲਸੇ ਦੀ ਸਿਰਜਣਾ, ਨਿਤਨੇਮ ਔਰ ਅੰਮ੍ਰਿਤ ਦੇ ਹਨ। ਸੋ ਜੇ ਅਗਰ ਇਹ ਗੱਲ ਲੈ ਲਈ ਜਾਏ ਤਾਂ ਫਿਰ ਤੇ ਸਾਡਾ ਸਾਰਾ ਸਿਸਟਮ ਹੀ ਟੁੱਟ ਜਾਏਗਾ, ਨੰਬਰ 1। ਨੰਬਰ 2, ਜੇਕਰ ਅਗਰ ਨਾਨਕ ਲਫ਼ਜ਼ ਹੋਣਾ ਜ਼ਰੂਰੀ ਹੈ ਤਾਂ ਜਪਜੀ ਸਾਹਿਬ ਵਿੱਚ ਕੋਈ ਉਹਦੇ ਚ ਮਹੱਲਾ ਨਹੀਂ ਲਿਖਿਆ, ਮਹੱਲਾ ਲਫ਼ਜ਼ ਹੈ ਉਹਦੇ ਚ ਨਹੀਂ ਹੈ ਜਪਜੀ ਸਾਹਿਬ ਵਿੱਚ, ਕੀ ਫਿਰ ਅਸੀਂ ਜਪਜੀ ਸਾਹਿਬ ਦੀ ਬਾਣੀ ਕੱਢ ਦਈਏ? ਇੱਕ ਹੋਰ ਨੁਕਤਾ ਬਹੁਤ ਅਹਿਮ ਹੈ ਕਿ ਗੁਰੂ ਸਾਹਿਬ ਦੇ 52 ਕਵੀ ਸਨ, ਉਹਨਾਂ ਦੀਆਂ ਰਚਨਾਵਾਂ ਪੰਜਾਬੀ ਯੂਨੀਵਰਸਿਟੀ ਗੁਰੂ ਨਾਨਕ ਦੇਵ ਜੀ ਨੇ ਛਾਪੀਆਂ। ਉਹਦੇ ਵਿੱਚ ਹਰ ਰਚਨਾ ਦੇ ਵਿੱਚ ਇੱਕ ਗੱਲ ਬੜੀ ਇੰਪੋਰਟੈਂਟ ਹੈ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਸਤਤ ਕਰਦੇ ਆ, ਪਰ ਪੂਰੇ ਦਸਮ ਗ੍ਰੰਥ ਦੇ ਵਿੱਚ ਇੱਕ ਵੀ ਲਫ਼ਜ਼ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਦਾ ਨਹੀਂ ਹੈ, ਬਲਕਿ ਜਿੱਥੇ ਆਇਆ 9 ਗੁਰੂ ਸਾਹਿਬਾਨ ਦਾ ਜ਼ਿਕਰ ਹੈ, ਤੇਗ ਬਹਾਦਰ ਸਿਮਰਿਏ ਕਰ ਨੌਨ ਦੇ ਆਵੇ ਤਾਏ। ਇਹਦਾ ਮਤਲਬ ਹੈ ਜੇ ਕੋਈ ਬਾਹਰਲਾ ਲਿਖੇਗਾ ਗੁਰੂ ਗੋਬਿੰਦ ਸਿੰਘ ਜੀ ਨੂੰ ਕਿੱਦਾਂ ਛੱਡ ਦੇਵੇਗਾ? ਜੇ ਵਾਰ ਸ੍ਰੀ ਭਗੌਤੀ ਜੀ ਕੀ ਲਿਖ ਰਿਹਾ ਹੈ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਜ਼ਿਕਰ ਕਰ ਰਿਹਾ ਹੈ, ਮਗਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜ਼ਿਕਰ ਨਹੀਂ ਕਰ ਰਿਹਾ। ਸੋ ਇਹਦਾ ਮਤਲਬ ਹੈ ਕਿ ਲਿਖਾਰੀ ਜਿਹੜਾ ਹੈ ਉਹ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਹੀ ਹੋ ਸਕਦੇ ਹਨ। ਔਰ ਫਿਰ ਜਦੋਂ ਲਿਖ ਰਹੇ ਹਨ ਮੁਰਪਿਤ ਪੂਰਬ ਕੀ ਇੱਥੇ ਛੋਟਾ ਜਿਹਾ ਬ੍ਰੇਕ ਮਾਫ ਕਰਨਾ ਲਾਮਾ ਜੀ, ਤੁਹਾਨੂੰ ਵਿੱਚ ਟੋਕਣਾ ਪੈ ਰਿਹਾ, ਸਮਾਜ ਇਜਾਜ਼ਤ ਨਹੀਂ ਦੇ ਰਿਹਾ। ਛੋਟਾ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਇਸ ਚਰਚਾ ਨੂੰ ਅੱਗੇ ਵਧਾਵਾਂਗੇ। ਸਾਡੀ ਗੱਲਬਾਤ ਚੱਲ ਰਹੀ ਸੀ ਦਸਮ ਗ੍ਰੰਥ ਦੀ ਰੈਲੇਵੈਂਸ ਦੇ ਬਾਰੇ, ਉਹਨਾਂ ਨੂੰ ਲੈ ਕੇ ਜਿਸ ਕਿਸਮ ਦੇ ਸਵਾਲ ਕ੍ਰਿਟਿਸਿਜ਼ਮ ਹੋ ਰਿਹਾ ਹੈਗਾ ਕਈ ਕਾਰਨਰਸ ਵੱਲੋਂ। ਹਾਲਾਂਕਿ ਜਿਹੜੀ ਪ੍ਰਮੁੱਖ ਧਾਰਾ ਹੈਗੀ ਉਸਨੇ ਐਕਸੈਪਟੈਂਸ ਦਿੱਤੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ, ਲੇਕਿਨ ਵੱਖ-ਵੱਖ ਸਮੇਂ ਦੇ ਵੱਖ-ਵੱਖ ਜਿਹੜੇ ਕ੍ਰਿਟਿਕਸ ਹੈਗੇ ਨੇ ਕੁਝ ਸੈਕਸ਼ਨ ਦੇ, ਉਹ ਸਮਝਦੇ ਨੇ ਇੱਕ ਚੁਣੌਤੀ ਹੈਗੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਸ ਤਰੀਕੇ ਨਾਲ ਪੋਰਟਰੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜੋ ਕਿ ਸ਼ਾਇਦ ਵਾਸਤਵਿਕਤਾ ਵਿੱਚ ਗੱਲ ਨਹੀਂ ਹੈਗੀ, ਜਿਵੇਂ ਸਾਡਾ ਪੈਨਲ ਐਗਰੀ ਕਰ ਰਿਹਾ। ਇੱਥੇ ਡਾਕਟਰ ਜੋਤ ਸਿੰਘ ਜੀ ਹੈਗੇ ਨੇ ਸਾਡੇ ਨਾਲ, ਪ੍ਰੋਫੈਸਰ ਆਫ ਸਿੱਖੀਜ਼ਮ ਪੰਜਾਬੀ ਯੂਨੀਵਰਸਿਟੀ ਦੇ, ਡਾਕਟਰ ਪੰਨੂ ਵੀ ਹੈਗੇ ਨੇ। ਜੋਤ ਸਿੰਘ ਜੀ, ਤੁਹਾਡੇ ਤੋਂ ਸ਼ੁਰੂਆਤ ਕਰਨਾ ਚਾਹਾਂਗਾ। ਸਭ ਤੋਂ ਪਹਿਲਾਂ ਤਾਂ ਇਹ ਵੀ ਇਹਦੀ ਰਿਕੁਆਇਰਮੈਂਟ ਕੀ ਸੀ, ਕਿਉਂਕਿ ਜਿਹੜੇ ਕ੍ਰਿਟਿਕਸ ਹੈਗੇ ਨੇ ਉਹ ਸਮਝਦੇ ਨੇ ਵੀ ਇਹਦੇ ਪਿੱਛੇ RSS ਦੀਆਂ ਤਾਕਤਾਂ ਹੈਗੀਆਂ ਨੇ, ਇਹਦੇ ਪਿੱਛੇ ਕੁਝ ਐਸੇ ਵੈਸਟਡ ਇੰਟਰਸਟ ਹੈਗੇ ਨੇ ਜੋ ਕਿ ਕਿਤੇ ਨਾ ਕਿਤੇ ਇੱਕ ਪੈਰਲਲ ਅਥਾਰਟੀ ਖੜੀ ਕਰਨਾ ਚਾਹੁੰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ। ਔਰ ਸਪਸ਼ਟ ਗੱਲ ਹੈ, ਦਸਮ ਗ੍ਰੰਥ ਦੀ ਲੋੜ ਕੀ ਹੈ, ਕਿਉਂ ਇਹਦੀ ਰਚਨਾ ਕੀਤੀ ਗਈ? ਦੇਖੋ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਸ਼ਬਦ ਐਸੇ ਨੇ, ਜਿੱਦਾਂ ਗੁਰੂ ਨਾਨਕ ਦੇਵ ਜੀ ਦਾ ਇੱਕ ਸ਼ਬਦ ਹੈ, ਸੰਸਰਦਾਨ ਦੇ ਅੰਦਰ ਰੋਆਇਆ ਪਰਸ਼ੁਰਾਮ ਰੋਵੇ ਘਰ ਆਇਆ, ਰੋਵੇ ਰਾਮ ਨਿਕਾਲਾ ਪਿਆ, ਸੀਤਾ ਲక్ష్మణ ਵਿਛੜ ਗਿਆ, ਰੋਵੇ ਪਾਂਡਵ ਪਏ ਮਜੂਰ, ਜਿਨਕੇ ਸਵਾਮੀ ਰਹਿਤ ਹਜ਼ੂਰ, ਰੋਵੇ ਜਨਮੇਜਾ ਖੋਏ ਗਿਆ। ਹੁਣ ਇਹ ਸਾਰੀ ਇੰਡੀਅਨ ਮਾਈਥੋਲੋਜੀ ਦੀਆਂ ਮਤਲਬ ਇਹ ਪਰਸਨੈਲਿਟੀਜ਼ ਨੇ। ਹੁਣ ਇਹਨਾਂ ਪਰਸਨੈਲਿਟੀਜ਼ ਦੇ ਬਾਰੇ ਯਾਨੀ ਜਾਣਨ ਵਾਸਤੇ ਗੁਰੂ ਇਹ ਸੋਚ ਰਿਹਾ, ਜਿਹਨੇ ਇਹ ਰਚਨਾ ਕੀਤੀ ਹੈ, ਭਈ ਮੇਰਾ ਸਿੱਖ ਜਿਹੜਾ ਉਹ ਫੇਰ ਪੰਡਤ ਕੋਲ ਜਾਏਗਾ, ਬ੍ਰਾਹਮਣਵਾਦ ਚੋਂ ਤੇ ਕੱਢਿਆ ਇਹਨਾਂ ਨੂੰ, ਤੇ ਮੁੜ ਕੇ ਉਸੇ ਜਾਲ ਦੇ ਮਕੜ ਜਾਲ ਵਿੱਚ ਜੇ ਫਸ ਗਿਆ ਤੇ ਇਹ ਬਹੁਤ ਗਲਤ ਗੱਲ ਹੋਏਗੀ। ਕਿਉਂ ਨਾ ਇਹਨਾਂ ਦੀਆਂ ਕਥਾਵਾਂ ਆਪ ਲਿਖੀਆਂ ਜਾਣ, ਔਰ ਜਿੰਨੇ ਉਹ 24 ਅਵਤਾਰ ਰਚਨਾਵਾਂ ਨੇ ਜਾਂ ਹੋਰ ਅਵਤਾਰਾਂ ਦੀਆਂ ਰਚਨਾਵਾਂ ਨੇ, ਉਹ ਸਾਰੀਆਂ ਇਹ ਡਿਪਿਕਟ ਕਰ ਰਹੀਆਂ ਨੇ ਇਹਨਾਂ ਦੀ ਐਕਚੁਅਲ ਲਾਈਫ, ਔਰ ਇਹ ਕਿਸ ਤਰ੍ਹਾਂ ਰੋਣਾ ਕਿਉਂ ਪਿਆ ਤੇ ਹੱਸਣਾ ਕਿਉਂ ਪਿਆ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ। ਤਾਂ ਇਹਦੀ ਬਹੁਤ ਜ਼ਰੂਰਤ ਸੀ, ਮੈਨੂੰ ਤੇ ਆਉਂ ਲੱਗਦਾ ਵੀ, ਨਹੀਂ ਤੇ ਅਦਰਵਾਈਜ਼ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਵੀ ਭਾਈ ਗੁਰਦਾਸ ਦਾ ਬਹੁਤ ਸੰਖੇਪ ਹੈ, ਠੀਕ ਹੈ, ਉਹਨੂੰ ਕੁੰਜੀ ਕਿਹਾ ਜ਼ਰੂਰ ਹੈ, ਲੇਕਿਨ ਉਹ ਬਹੁਤ ਹੀ ਲਰਨਡ ਲੋਕ ਜਿਹੜੇ ਨੇ ਦੇ ਕੈਨ ਅੰਡਰਸਟੈਂਡ ਦੈਟ। ਲੇਕਿਨ ਇਹ ਜਿਹੜੇ ਰੈਫਰੈਂਸਿਸ 24 ਅਵਤਾਰਾਂ ਦੀਆਂ ਕਥਾਵਾਂ ਨੇ, ਉਹ ਸਾਰੀਆਂ ਕਥਾਵਾਂ ਨੇ, ਔਰ ਤੁਸੀਂ ਦੇਖੋ ਸਾਰੀਆਂ ਕਥਾਵਾਂ ਨੂੰ ਲਿਖ ਕੇ ਵਿੱਚ ਕਮੈਂਟ ਦੇ ਰਹੇ ਨੇ ਉਹ ਕਿ ਮੈਂ ਨਾ ਗਣੇਸ਼ੇ ਪ੍ਰਥਮ ਮਨਾऊं। ਖੈਰ ਇਹ ਤੇ ਤ੍ਰਿਆ ਚਰਿਤਰਾਂ ਦਾ ਹੀ ਪਾਰਟ ਹੈ, ਚੌਪਈ ਦਾ, ਲੇਕਿਨ ਉਹ ਪਾਏਂਗੇ ਹੈ ਜਬ ਤੇ ਤੁਮਰੇ ਰਾਮ ਕਥਾ ਲਿਖ ਕੇ ਉਹ ਸਾਰੀ ਉਸ ਗੱਲ ਨੂੰ ਫਿਰ ਉਹ ਕਹਿ ਰਹੇ ਨੇ। ਕ੍ਰਿਸ਼ਨ ਕਥਾ ਲਿਖ ਕੇ ਵੀ ਇਹ ਕਹਿ ਰਹੇ ਕਿ ਦਸਮ ਕਥਾ ਭਗਵਤ ਕੀ ਭਾਖਾ ਕਰੀ ਬਣਾਏ, ਅਵਰ ਬਾਸਨਾ ਨਾਹੇ ਮੋਏ ਧਰਮ ਯੁੱਧ ਕੇ ਚਾਹੇ। ਮੈਂ ਸਿਰਫ ਲੋਕਾਂ 'ਚ ਧਰਮ ਯੁੱਧ ਦਾ ਚਾਹ ਭਰਨਾ ਹੈ, ਇਸ ਕਰਕੇ ਮੈਂ ਇਹ ਦਸਮ ਸਕੰਦ ਦੀ ਜਿਹੜੀ ਭਾਗਵਤ ਦੀ ਕਥਾ ਹੈਗੀ ਹੈ ਉਹਨੂੰ ਮੈਂ ਇੱਕ ਭਾਖਾ ਦੇ ਵਿੱਚ ਸਿੰਪਲ ਵਰਡ ਦੇ ਵਿੱਚ ਲਿਖ ਦਿੱਤਾ ਹੈ। ਇਹਦੀ ਲੋੜ ਬਹੁਤ ਸੀ। ਇਹਦੇ 'ਚ ਮੈਂ ਇਹ ਐਡ ਕਰਨਾ ਚਾਹਾਂਗਾ ਜੀ ਕਿ ਇਹ ਜਾਨਣਾ ਚਾਹਾਂਗੇ ਮੈਂ ਉਸੇ ਚੀਜ਼ ਦਾ ਜੋ ਪਹਿਲਾ ਸਵਾਲ ਸੀ ਮੇਰਾ ਵੀ, ਇਹਦੀ ਯੂਟਿਲਿਟੀ ਜਿਹੜੀ ਆਪਾਂ ਕਹਿੰਦੇ ਇੱਕ ਯੂਟਿਲਿਟੇਰੀਅਨ ਵਰਡ ਲਈ ਹੈ, ਇੱਕ ਲਾਈਫ ਦਾ ਵੇ ਆਫ ਲਿਵਿੰਗ ਜਿਹੜਾ ਹੈਗਾ ਉਹਦੇ ਉੱਤੇ ਇਹ ਚੀਜ਼ ਇਹ ਗ੍ਰੰਥ ਹੈਗਾ। ਲੇਕਿਨ ਇਹ ਜਾਨਣਾ ਚਾਹਾਂਗੇ ਵੀ ਇਹਦੀ ਜਿਹੜਾ ਆਬਜੈਕਸ਼ਨ ਕੀਤਾ ਜਾਂਦਾ ਵੀ ਜੇ ਇਹਨਾਂ ਨੂੰ ਘਰੇ ਬੈਠ ਕੇ ਨਾਰਮਲ ਨਹੀਂ ਲਿਆ ਜਾ ਸਕਦਾ, ਇਹਦੇ ਵਿੱਚ ਜਿਹੜੀਆਂ ਰੈਫਰੈਂਸਿਸ ਨੇ ਉਹ ਕਾਫੀ ਜ਼ਿਆਦਾ ਲਚਰ ਨੇ ਕਿਤੇ ਨਾ ਕਿਤੇ। ਦੇਖੋ ਮਾੜੇ ਬੰਦੇ ਨੂੰ ਨਾ ਹੈਂਡੀਕੈਪ ਮੰਨਦੇ ਹੋ? ਹਾਂ, ਮਾੜੇ ਬੰਦੇ ਨੂੰ ਨਾ
ਸਵਾ ਬੁਰਾਈ ਤੋਂ ਹੋਰ ਕੁਝ ਨਜ਼ਰ ਨਹੀਂ ਆਉਂਦਾ। तो खुमार साहब का एक शेर है, तू यूं ही इल्जाम देता है किसी को देखना, चोर तेरा तेरे ही अंदर से पकड़ा जाएगा। ਜਿਹੜਾ ਜ਼ਿਕਰ ਹੋ ਰਿਹਾ ਸੀ ਨਾ 52 ਕਵੀਆਂ ਦਾ ਜੀ, 52 ਕਵੀਆਂ ਦੇ ਵਿੱਚੋਂ ਭਾਈ ਨੰਦ ਲਾਲ ਜੀ ਉਹ ਵੱਡੇ ਕਰਮਾਂ ਵਾਲੇ ਮਹਾਪੁਰਖ ਹੋਏ ਜਿਨ੍ਹਾਂ ਦੀ ਰਚਨਾ ਨੂੰ ਗੁਰੂ ਗ੍ਰੰਥ ਦਸਮ ਗ੍ਰੰਥ ਭਾਈ ਗੁਰਦਾਸ ਜੀ ਤੋਂ ਇਲਾਵਾ ਗਾਇਆ ਜਾਂਦਾ ਕੀਰਤਨ ਰਾਹੀਂ ਦਰਬਾਰ ਸਾਹਿਬ 'ਚ, ਤੇ 52 ਕਵੀਆਂ 'ਚ ਉਹ ਵੀ ਸਨ, ਸੈਨਾਪਤ ਵੀ ਸਨ। ਸੈਨਾਪਤ ਦੇ ਗ੍ਰੰਥ ਵੱਖਰੇ ਨੇ, ਭਾਈ ਨੰਦ ਲਾਲ ਜੀ ਦੀ ਗ੍ਰੰਥਾਵਲੀ ਵੱਖਰੀ ਹੈ। ਐਡੇ ਵੱਡੇ ਸ਼੍ਰੋਮਣੀ ਕਵੀਆਂ ਦੀਆਂ ਰਚਨਾਵਾਂ ਦਸਮ ਗ੍ਰੰਥ ਦੇ ਵਿੱਚ ਕਿਉਂ ਨਹੀਂ ਰੱਖੀਆਂ ਗਈਆਂ ਜੀ? ਇੱਕ ਗੱਲ। ਦੂਜੀ ਗੱਲ ਜਿਹੜੀ ਮੈਂ ਵਿਸ਼ੇਸ਼ ਤੌਰ ਤੇ ਆਪਣੇ ਦਰਸ਼ਕਾਂ ਨੂੰ ਮੈਸੇਜ ਦੇਣਾ ਚਾਹਾਂਗਾ ਉਹ ਇਹ ਕਿ ਆਲੋਚਨਾ ਕਰੋ ਜੀ ਸਦਕੇ, ਲੇਕਿਨ ਧਰਮ ਗ੍ਰੰਥ ਨੂੰ ਐਡਰੈਸ ਕਰ ਰਹੇ ਹੋ ਤੁਸੀਂ, ਧਰਮ ਗ੍ਰੰਥ ਬਾਬਤ ਗੱਲ ਕਰ ਰਹੇ ਹੋ, ਉਹਦੇ ਤੋਂ ਜ਼ਿੰਮੇਵਾਰੀ ਦਾ ਹਿਸਾਬ ਰੱਖਣਾ ਬਣਦਾ ਹੈ। ਅਸੀਂ ਬਤੌਰ ਸਿੱਖ ਗੁਰੂ ਸਾਹਿਬਾਨ ਦੇ ਵਸਤਰ ਤਾਂ ਕਿ ਉਹਨਾਂ ਦੇ ਜੋੜਿਆਂ ਦਾ ਵੀ ਸਤਿਕਾਰ ਕਰਦੇ ਹਾਂ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੇ ਥਾਨ ਸੁਹਾਵਾ ਰਾਮ ਰਾਜੀ। ਸਾਰੇ ਇੰਨੀ ਗੱਲ ਤਾਂ ਮੰਨਦੇ ਨੇ ਕਿ ਜਾਪ ਸਾਹਿਬ, ਸਵਈਏ, ਚੌਪਈ ਜਿਹੜੀਆਂ ਨਿਤਨੇਮ ਦੀਆਂ ਬਾਣੀਆਂ ਨੇ ਤੇ ਅੰਮ੍ਰਿਤ ਦੀਆਂ ਬਾਣੀਆਂ ਨੇ ਵੀ ਉਹ ਹੈਗੀਆਂ, ਇਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਨੇ। ਮੈਂ ਤਾਂ ਇਹ ਕਹਿਣਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਮੁਬਾਰਕ ਹੱਥਾਂ ਨਾਲ ਕਿਤੇ ਹਸਤਾਖਰ ਕਰ ਦਿੱਤੇ ਕਿਸੇ ਗ੍ਰੰਥ ਤੇ, ਉਹਦੇ ਬਾਰੇ ਜ਼ਿੰਮੇਵਾਰੀ ਨਾਲ ਗੱਲ ਕਰਨੀ ਪਏਗੀ। ਮੈਂ ਕਹਿੰਦਾ ਕਿਸੇ ਪੁਸਤਕ ਨੂੰ ਕਿਸੇ ਥਾਂ ਨੂੰ ਛੋਹ ਦਿੱਤਾ ਉਹਨਾਂ ਨੇ, ਉਹਦੇ ਬਾਬਤ ਆਲੋਚਕ ਨੂੰ ਵੀ ਗੱਲ ਜ਼ਿੰਮੇਵਾਰੀ ਨਾਲ ਕਰਨੀ ਪਏਗੀ। ਤਾਂ ਜਿਸ ਤਰੀਕੇ ਨਾਲ ਇਹਨਾਂ ਨੇ ਜੋ ਸ਼ਬਦਾਵਲੀ ਵਰਤੀ ਹੈ ਗੁਰੂ ਮਹਾਰਾਜ ਦੀਆਂ ਰਚਨਾਵਾਂ ਪ੍ਰਤੀ, ਉਹਨਾਂ ਰਚਨਾਵਾਂ ਪ੍ਰਤੀ ਜਿਨ੍ਹਾਂ ਦਾ ਕੀਰਤਨ ਹੁੰਦਾ ਹੈ, ਇਹ ਬਹੁਤ ਖਤਰਨਾਕ ਰੁਝਾਨ ਹੈ। ਨਾਮਾ ਸਾਹਿਬ ਜੀ ਬੇਸਿਕਲੀ ਇਹਦੇ ਵਿੱਚ ਕਨਸਪੀਰੇਸੀ ਦੀ ਗੱਲ ਕੀਤੀ ਜਾਂਦੀ ਹੈ। ਕਨਸਪੀਰੇਸੀ ਦੀ ਗੱਲ ਤੁਸੀਂ ਉਹਨਾਂ ਦੀ ਮੋਟਿਵ ਦੇ ਉੱਤੇ ਕੁਝ ਕਹਿਣਾ ਚਾਹੋਗੇ? ਕਿਉਂਕਿ ਤੁਹਾਡਾ ਤਾਂ ਮੋਟਿਵ ਉਹ ਕਹਿੰਦੇ ਨੇ ਵੀ ਜੀ ਆਰਐਸਐਸ ਦੇ ਬੰਦੇ ਹੈਗੇ ਨੇ ਜੋ ਕਿ ਪੈਰਲਲ ਅਥਾਰਟੀ ਖੜੀ ਕਰਨਾ ਚਾਹੁੰਦੇ ਨੇ, ਤੁਹਾਡੇ ਵਰਗੇ ਬੰਦੇ। ਬੜਾ ਅੱਛਾ ਤੁਸੀਂ ਇਸ ਚੀਜ਼ ਨੂੰ ਕਰ ਦਿੱਤਾ ਕਿ ਇਹ ਮੋਟਿਵ ਇਹਦਾ ਕੀ ਹੈਗਾ। ਮੋਟਿਵ ਉਹਨਾਂ ਦਾ ਕਹਿਣਾ ਹੈ ਕਿ ਆਰਐਸਐਸ ਦਾ ਗ੍ਰੰਥ ਹੈ। ਆਰਐਸਐਸ ਅੱਛੀ ਗੱਲ ਹੈ, ਉਹਨਾਂ ਦਾ ਫਲਸਫਾ ਹੈ, ਉਹ ਹਿੰਦੂ ਫਲਸਫੇ ਨੂੰ ਵਧਾਉਣਾ ਚਾਹੁੰਦੇ ਹੈ, ਉਸ ਜਿਹੜਾ ਉਹਨਾਂ ਦਾ ਪੱਕਾ ਉਹਦੇ 'ਚ ਕੋਈ ਇਤਰਾਜ਼ ਨਹੀਂ ਹੈ। ਪੂਰੇ ਦਸਮ ਗ੍ਰੰਥ ਦੇ ਵਿੱਚ ਸਾਰੀ ਖਾਲਸੇ ਦੇ ਨਿਆਰੇਪਨ ਦੀ ਬਾਰ-ਬਾਰ ਗੱਲ ਕੀਤੀ ਗਈ ਹੈ, ਔਰ ਉਹ ਕਿਸ ਢੰਗ ਦੇ ਨਾਲ ਉਹ ਗੱਲ ਕਰਦੇ ਹਨ। ਮੈਂ ਇੱਕ ਸਿਰਫ ਲਾਈਨ ਇਹਦੇ 'ਚੋਂ ਪੜ੍ਹਦੇ ਹਾਂ ਦਸਮ ਗ੍ਰੰਥ ਦੇ ਵਿੱਚੋਂ, ਕੀ ਆਰਐਸਐਸ ਇਹ ਲਿਖੇਗਾ? ਕੀ ਆਰਐਸਐਸ ਜੇ ਕਹਿੰਦੇ ਜੀ ਪੰਡਤਾਂ ਦਾ ਬ੍ਰਾਹਮਣਾਂ ਦਾ ਗ੍ਰੰਥ ਹੈ, ਤੇ ਕੀ ਉਹਦੇ ਲਿਖੇਗਾ ਛਤਰੀ ਕੋ ਪੂਤ ਹੋ ਬ੍ਰਾਹਮਣ ਕੋ ਨਾ ਹੈ? ਕੀ ਉਹ ਲਿਖੇਗਾ? फिर की वो लिखेगा? अगर जे को ब्राह्मण है वो लिख देगा, कहो मिस्र आगे कहाँ जवाब दे हो, जबे काल के जाल में फांस जय हो, कहो कौन सो पाठ कहो तहाँ ही तऊ लिंग पूजा करोगे वहाँ ही, तहाँ रुद्र ऐ है कि श्री कृष्ण ऐ है, जहाँ बांध सिरी काल तो को चले है, कि दो आन के राम होया है सहाई। और इहदे बाद ये लिखिया जिहड़ा स्पष्ट कीता, दिज हम महाकाल को माने। ਇਹਦਾ ਰੈਫਰੈਂਸ ਥੋੜਾ ਸਿੰਪਲੀਫਾਈਡ ਭਾਸ਼ਾ ਚ ਸਮਝਾਓ ਤਾਂ ਲੋਕ ਸਮਝ ਸਕਣ ਇਹਨੂੰ। ਇਹ ਪੰਡਤ ਮੈਂ ਮਹਾਕਾਲ ਨੂੰ ਮੰਨਦਾ, ਮਹਾਕਾਲ ਰਖਵਾਰ ਹਮਾਰੋ, ਮੈਂ ਮਹਾਕਾਲ ਨੂੰ ਮੰਨਦਾ, ਪਾਹਨ ਮੈਂ ਮਨ ਕੋ ਨਹੀਂ ਆਨੇ, ਮੈਂ ਪੱਥਰ ਚ ਨਹੀਂ ਲੈ ਕੇ ਆਂਦਾ, ਪਾਹਨ ਕੋ ਪਾਹਨ ਕਰ ਜਾਣਤ ਤਾਂ ਤੇ ਬੁਰੋ ਲੋਗੇ ਮਾਨਤ। ਮੈਂ ਚੋਕੇ ਪੱਥਰ ਨੂੰ ਪੱਥਰ ਕਹਿੰਦਾ, ਇਸ ਕਰਕੇ ਬੁਰਾ ਮੰਨਦੇ ਹੈ। ਹੁਣ ਅਸਲ ਵਿੱਚ ਇਹਦੀ ਕਨਸਪੀਰੇਸੀ ਨਾਲ ਮੈਂ ਸਹਿਮਤ ਹਾਂ। ਜਿਹੜੀ ਉਹ ਗੱਲ ਕਰਦੇ ਹੈ ਉਹ ਇਹ ਹੈਗਾ ਕਿ ਸਵਾਮੀ ਦਇਆਨੰਦ ਨੇ ਤਕਰੀਬਨ 125 ਸਾਲ ਪਹਿਲੇ ਕਿਹਾ ਸੀ, ਆਪਣੀ ਕਿਤਾਬ ਸਤਿਆਗ ਪ੍ਰਕਾਸ਼ ਵਿੱਚ ਲਿਖਿਆ ਸੀ ਬੜੀ ਸਪਸ਼ਟ ਤੌਰ ਦੇ ਉੱਤੇ ਕਿ ਇਹ ਜਿਹੜਾ ਦੇਵੀ ਦੀ ਆਰਾਧਨਾ ਕੀਤੀ, ਇਸ ਦਾ ਜਵਾਬ ਸਮੁੱਚੇ ਖਾਲਸਾ ਪੰਥ ਨੇ ਦੇ ਦਿੱਤਾ। ਭਾਈ ਵੀਰ ਸਿੰਘ, ਭਾਈ ਜੋਤ ਸਿੰਘ, ਡਾਕਟਰ ਬਲਬੀਰ ਸਿੰਘ, ਸਾਰਿਆਂ ਨੇ ਦੇ ਦਿੱਤਾ। ਇਹ ਮਸਲਾ ਹੱਲ ਹੋ ਗਿਆ। ਪਰ ਹੁਣ ਦੁਬਾਰਾ ਉਸ ਰਿਜੈਕਟਡ ਫਿਲਾਸਫੀ ਨੂੰ ਇਹ ਬੰਦੇ ਜਿਹੜੇ ਸਿੱਖ ਰੂਪ ਵਿੱਚ ਆ ਕੇ ਫਿਰ ਕਹਿ ਰਹੇ ਹੈ ਭਗਉਤੀ ਦਾ ਅਰਥ ਦੇਵੀ ਹੈ, ਜਿੱਥੇ ਭਗਉਤੀ ਗੁਰੂ ਸਾਹਿਬ ਕਹ ਰਹੇ ਮੈਂ ਉਸ ਭਗਉਤੀ ਨੂੰ ਮੰਨਦਾ ਜਿਹੜੀ ਲੋਹੇ ਚੋਂ ਕੱਢ ਕੇ ਬਣਾਈ ਗਈ ਹੈ। ਭਗਉਤੀ ਮੇਰੀ ਲੋਹੇ ਚੋਂ ਬਣੀ ਹੈ, ਨਮੋ ਸ੍ਰੀ ਭਗਉਤੀ ਬਡੈਲੀ ਸਰੋਈ, ਨੌ ਭਗਉਤੀ ਲੋਹ ਕੜਾਇਆ, ਮੈਂ ਉਸ ਨੂੰ ਮੰਨਦਾ ਜਿਹੜੀ ਇੱਕ ਦੇ ਵਿੱਚ ਜਾ ਕੇ ਦੋ ਕਰ ਦਿੰਦੀ। ਲਈ ਭਗਉਤੀ ਦੁਰਗ ਸਾਹਿਬ ਔਰ ਜਾਗਣ ਭਾਰੀ ਚੰਡੀ ਦੀ ਵਾਰ ਦੇ ਵਿੱਚ ਭਗਉਤੀ ਨੇ ਤੇ ਨਹੀਂ ਨਾ ਭਗਉਤੀ ਫੜਨੀ, ਫਿਰ ਮਤਲਬ ਸੋ ਦੁਰਗਾ ਤੇ ਦੁਰਗਾ ਚੁੱਕ ਕੇ ਨਹੀਂ ਮਾਰੀ। ਸੋ ਇਸ ਕਰਕੇ ਚਾਹੇ ਚੰਡੀ ਦੀ ਵਾਰ ਰਚੀ ਜਾ ਰਹੀ ਹੈ, ਚਾਹੇ ਅਵਤਾਰ ਕਥਾਵਾਂ ਰਚੀਆਂ ਜਾ ਰਹੀਆਂ ਨੇ, ਹਰੇਕ ਬਾਣੀ ਦਾ ਆਰੰਭ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਨਾਲ ਹੁੰਦਾ। ਪਹਿਲਾ ਤਾਂ ਫਰਕ ਇਹ ਹੈ ਵੈਦਿਕ ਕਥਾਵਾਂ ਨਾਲ। ਲੇਕਿਨ ਗੱਲ ਉਹ ਨਹੀਂ ਹੈ ਵੀ ਆਪਾਂ ਸਿਮਿਲੈਰਿਟੀਜ਼ ਕੀ ਨੇ, ਗੱਲ ਇਹ ਵੀ ਉਹਦੇ ਵਿੱਚ ਆਬਜੈਕਸ਼ਨੇਬਲ ਚੀਜ਼ਾਂ ਕੀ ਨੇ ਜੋ ਕਿ ਸ਼ਾਇਦ ਉਹ ਸਮਝ ਨਹੀਂ ਪਾ ਰਹੇ। ਜਿਵੇਂ ਤੁਸੀਂ ਕਹਿ ਰਹੇ ਕਿ ਕੰਟੈਕਸਟ ਹੈਗਾ, ਇਹ ਵੀ ਹੈ ਨਾ ਜੋ ਮੈਂ ਦੱਸ ਰਿਹਾ ਕਿ ਇਹ ਸਿੱਖਾਂ ਨੂੰ ਹਿੰਦੂ ਬਣਾ ਰਿਹਾ ਇਹ ਗ੍ਰੰਥ, ਇੱਕ ਇਤਰਾਜ਼ ਇਹ ਵੀ ਲੱਗਦਾ ਨਾ। ਬਿਲਕੁਲ। ਲੇਕਿਨ ਜਦੋਂ ਪਾਠ ਕਰਾਂਗੇ ਨਾ ਗੰਭੀਰਤਾ ਨਾਲ ਆਪਾਂ ਦੇਖਾਂਗੇ ਕਿ ਇਹਦੇ ਅਵਤਾਰ ਨੇ ਜਿਹੜੇ ਉਹ ਪੁਰਾਣ ਕਥਾਵਾਂ ਦੇ ਅਵਤਾਰਾਂ ਨਾਲੋਂ ਬਿਲਕੁਲ ਭਿੰਨ ਨੇ। ਉਹ ਗੱਲ ਹੋਰ ਨੇ। ਗੱਲ ਉਹੀ ਹੈ ਜੀ ਕਿ ਡੀਕੋਡ ਨਹੀਂ ਕਰ ਪਾ ਰਹੇ ਲੋਕ, ਔਰ ਇਹ ਗੱਲ ਇਹਨਾਂ ਨੇ ਪਹਿਲਾਂ ਵੀ ਕਹੀ ਸੀ, ਉਹ ਬੜੀ ਠੀਕ ਸੀ ਕਿ ਰਿਗਵੇਦ ਦੇ ਵਿੱਚ ਯਮੀ ਸੰਵਾਦ ਹੈ, ਭੈਣ ਭਰਾ ਦੀ ਇਨਸੈਸਟ ਦੀ ਗੱਲ ਹੈ ਉੱਥੇ। ਕਦੀ ਕਿਸੇ ਫਿਲਾਸਫਰ ਕੋ ਸੁਣਿਆ ਤੁਸੀਂ ਵੀ ਰਿਗਵੇਦ ਸਾਰੇ ਨੂੰ ਕੰਡੈਮ ਕਰ ਦਿਓ ਤੁਸੀਂ ਕਿਉਂਕਿ ਇਹਦੇ ਭੈਣ ਭਰਾ ਦੀ ਇਨਸੈਸਟ ਦੀ ਗੱਲ ਹੈ, ਜਾਂ ਹਿੱਸਾ ਕੱਢ ਦਿਓ।
ਜਾਂ ਮਤਲਬ ਇਹਨੂੰ ਕੱਢ ਦਿਓ, ਡਿਲੀਟ ਕਰ ਦਿਓ। ਇਨਫੈਕਟ ਉਹ ਗੱਲ ਠੀਕ ਹੈ, ਟੋਟੈਲਿਟੀ ਦੇ ਵਿੱਚ ਜਦੋਂ ਤੁਸੀਂ ਸਮਝੋਗੇ ਕਿਸੇ ਗੱਲ ਨੂੰ ਜੀ। ਤੇ ਤਾਂ ਹੀ ਉਹਦਾ ਸਹੀ ਮੇਰੇ ਖਿਆਲ ਸਾਡੇ ਕੋਲ ਸਮਾਂ ਘੱਟ ਹੈ ਲੰਬਾ ਜੀ, ਸਾਨੂੰ ਇਸ ਸੈਗਮੈਂਟ ਦੇ ਵਿੱਚ, ਇਸ ਮਾਫ ਕਰਨਾ, ਇਸ ਪ੍ਰੋਗਰਾਮ ਦੇ ਵਿੱਚ ਹੋਰ ਇਸ ਚਰਚਾ ਨੂੰ ਅੱਗੇ ਵਧਾਉਣ ਦਾ ਮੌਕਾ ਨਹੀਂ ਮਿਲਣਾ। ਲੇਕਿਨ ਤੁਸੀਂ ਸੁਣਿਆ ਤੇ ਸਮਝਿਆ ਕਿਸ ਤਰੀਕੇ ਨਾਲ ਸ੍ਰੀ ਦਸਮ ਗ੍ਰੰਥ ਦੀ ਜਿਹੜੀ ਰੈਲੇਵੈਂਸ ਹੈ ਉਸ ਉੱਤੇ ਗੱਲ ਹੋਈ, ਉਹਦੇ ਵਿੱਚ ਜਿਹੜੇ ਕੰਟੈਂਟਸ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਇੱਕ ਟੋਟੈਲਿਟੇਰੀਅਨ ਤਰੀਕੇ ਨਾਲ, ਇੱਕ ਪੂਰੀ ਤਰੀਕੇ ਨਾਲ ਦੇਖਣ ਦੀ ਸਮਝਣ ਦੀ ਜ਼ਰੂਰਤ ਹੈ। ਜੇ ਇਕੱਲੇ ਇਕੱਲੇ ਵੱਖਰੇ ਵੱਖਰੇ ਅੰਸ਼ਾਂ ਨੂੰ ਦੇਖਿਆ ਜਾਏਗਾ ਤਾਂ ਸ਼ਾਇਦ ਉਹਦਾ ਮਤਲਬ ਉਹ ਨਹੀਂ ਹੋਏਗਾ ਜੋ ਕਿ ਇੰਪਲਾਈਡ ਰਹਿੰਦਾ ਹੈ ਇਸ ਕਿਸਮ ਦੀ ਰਚਨਾਵਾਂ ਦੇ ਵਿੱਚ। ਲੇਕਿਨ ਉਮੀਦ ਕਰਾਂਗੇ ਤੁਹਾਨੂੰ ਡਿਸਕਸ਼ਨ ਪਸੰਦ ਆਈ ਹੋਵੇਗੀ। ਕੁਝ ਕ੍ਰਿਟਿਕਸ ਸਨ ਜੋ ਕਿ ਸ਼ਾਇਦ ਇਸ ਪੈਨਲ ਡਿਸਕਸ਼ਨ ਤੇ ਮੌਜੂਦ ਨਹੀਂ ਹੋ ਪਾਏ, ਉਹ ਸ਼ਾਇਦ ਇਤਫਾਕ ਨਾ ਰੱਖਣ ਇਸ ਡਿਸਕਸ਼ਨ ਤੋਂ, ਲੇਕਿਨ ਬਾਏ ਐਂਡ ਲਾਰਜ ਅਸੀਂ ਕੋਸ਼ਿਸ਼ ਕੀਤੀ ਹੈ ਇਸ ਪ੍ਰੋਗਰਾਮ ਦੇ ਜ਼ਰੀਏ ਕਿ ਅਸੀਂ ਸਮਝਾ ਸਕੀਏ ਦਸਮ ਗ੍ਰੰਥ ਦੇ ਵਿੱਚ ਐਕਚੁਅਲੀ ਹੈ ਕੀ। ਆਪਣੇ ਕੋਈ ਮਹੱਤਵਪੂਰਨ ਵਿਚਾਰ ਹੋਣ ਸਾਨੂੰ ਜ਼ਰੂਰ ਇਸ ਐਡਰੈਸ ਤੇ ਲਿਖੋ। ਸਾਡਾ ਪਤਾ ਹੈ ਖਬਰਸਾਰ ਜੀ ਪੰਜਾਬੀ, ਪੋਸਟ ਬੈਗ ਨੰਬਰ 4599, ਹੌਜ਼ ਖਾਸ, ਨਵੀਂ ਦਿੱਲੀ 10016। ਸਾਡਾ ਵੈਬਸਾਈਟ ਐਡਰੈਸ ਹੈ www.zpunjabi.com ਤੇ ਇੱਕ ਹੋਰ ਚਰਚਾ ਲੈ ਕੇ ਇਸੇ ਤਰ੍ਹਾਂ ਇਸੇ ਮੰਚ ਤੇ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।